ਧੀਆਂ ਜਿਨ੍ਹਾਂ ਦੇ ਜੰਮਣ ਤੇ ਸਾਨੂੰ ਕਈ ਵਾਰੀ ਦੁੱਖ ਹੁੰਦਾ, ਜੇ ਕਿਤੇ ਮਾੜਾ ਜਿਹਾ ਵੀ ਧੀ ਬਿਮਾਰ ਹੋਵੇ ਤੇ ਸਵੇਰੇ ਦਾ ਐਗਜ਼ਾਮ ਹੋਵੇ ਨਾ, ਉਹਨੂੰ ਟੈਨਸ਼ਨ ਹੁੰਦੀ ਹੈ। ਤੇ ਜਿਹੜੇ ਅਸੀਂ ਕਹਿੰਦੇ ਅਸੀਂ ਅਰਦਾਸਾਂ ਕਰ ਕਰਕੇ ਲਏ, ਉਹ ਕਹਿੰਦੇ ਪਾਸ ਹੋ ਗਿਆ ਤਾਂ ਠੀਕ ਹੈ, ਨਾ ਪਾਸ ਹੋ ਗਿਆ ਤਾਂ ਠੀਕ ਹੈ। ਜਿਨ੍ਹਾਂ ਧੀਆਂ ਨੂੰ ਅਸੀਂ ਕਈ ਵਾਰੀ ਮਾੜਾ ਕਹਿੰਦੇ ਹਾਂ, ਪਰ ਐਜੂਕੇਸ਼ਨ ਪੱਖੋਂ ਧੀਆਂ ਸਾਡੀਆਂ ਪੁੱਤਾਂ ਨਾਲੋਂ ਬੋਲੋ ਭਾਈ ਅੱਗੇ ਨੇ। ਪੁੱਤ ਨੂੰ ਫੜ ਕੇ ਕਹਿ ਕੇ ਕਿਤਾਬ ਲਾਗੇ ਰੱਖਣਾ ਪੈਂਦਾ, ਪੜ੍ਹ ਲਾ 2 ਅੱਖਰ। ਤੇ ਧੀਆਂ ਜਿਹੜੀਆਂ ਨੇ ਉਹ ਆਪਣੇ ਆਪ ਪੜ੍ਹਦੀਆਂ ਨੇ, ਆਪਣੇ ਆਪ ਸਮਝਣ ਦੀ ਕੋਸ਼ਿਸ਼ ਕਰਦੀਆਂ ਨੇ। ਤੋ ਆਓ ਸਾਧ ਸੰਗਤ, ਜੇ ਇੱਕ ਬੱਚਾ ਟੀਚਰ ਕੋਲ ਬਹਿੰਦਾ ਉਹਦਾ ਤੇ ਉਹਦੇ ਜੀਵਨ ਵਿੱਚ ਕਿੰਨਾ ਫਰਕ ਪੈਂਦਾ, ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ। ਇਹ ਤੇ ਸ਼ਬਦ ਗੁਰੂ ਪੰਜਵੇਂ ਪਾਤਸ਼ਾਹ ਦਾ ਵੀ ਮਹਿਮਾ ਸਾਧੂ। ਮੇਰੀ ਬੇਨਤੀ ਹੈ, ਜਿਹਨਾਂ ਨੂੰ ਬਾਣੀ ਆਉਂਦੀ ਜੀ ਪੜ੍ਹੋ, ਸੰਘੋ ਨਾ। ਤੁਸੀਂ ਅੱਧੀਆਂ ਤੁਕਾਂ ਬੋਲੋਗੇ, ਹੰਗਾਰਾ ਮਿਲਦਾ ਵੀ ਬੁਲਾਰੇ ਨੂੰ ਵੀ ਕਿੰਨੀ ਸੰਗਤ ਬਾਣੀ ਪੜ੍ਹਨ ਵਾਲੀ ਬੈਠੀ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਵੇਖੋ ਕਿੱਡਾ ਪਿਆਰਾ ਸ਼ਬਦ ਹੈ ਮਿੱਤਰ। ਜਿੰਨੇ ਆਪਾਂ ਬੈਠੇ ਹਾਂ, ਆਪਣਾ ਕੋਈ ਨਾ ਕੋਈ, ਬਜ਼ੁਰਗਾਂ ਦੇ ਆਪਣੇ ਮਿੱਤਰ ਹੁੰਦੇ ਆ, ਨੌਜਵਾਨਾਂ ਦੇ ਆਪਣੇ ਮਿੱਤਰ ਹੁੰਦੇ, ਤੇ ਬੱਚਿਆਂ ਦੇ ਆਪਣੇ ਮਿੱਤਰ ਹੁੰਦੇ। ਮਿੱਤਰਾਂ ਦੀ ਇੱਕ ਦੁਨੀਆ ਵਾ। ਤੁਸੀਂ ਗੁਰਦੁਆਰਾ ਸਾਹਿਬ ਜਾਣਾ, ਅਗਲਾ ਕਹਿੰਦਾ ਚੱਲ ਮੈਨੂੰ ਨਾਲ ਲਈ ਜਾ, ਆਪਣਾ ਇੱਕ ਮਿੱਤਰ। ਨਸ਼ੇ ਪੀਣ ਵਾਲਿਆਂ ਦੇ ਆਪਣੇ ਮਿੱਤਰ ਹੈ, ਜੂਆ ਖੇਡਣ ਵਾਲਿਆਂ ਦੇ ਆਪਣੇ ਮਿੱਤਰ ਹੈ, ਗੁਰਦੁਆਰੇ ਸੇਵਾ ਕਰਨ ਵਾਲਿਆਂ ਦੇ ਆਪਣੇ ਮਿੱਤਰ ਹੈ। ਬੱਚਿਆਂ ਦੇ ਤੁਸੀਂ ਵੇਖਿਆ ਹੋਣਗੇ, ਬੱਚਿਆਂ ਦੇ ਵੀ ਆਪਣੇ ਆਪਣਾ ਫਰੈਂਡ ਸਰਕਲ ਹੁੰਦਾ ਵੀ ਆਹ ਮੇਰੇ ਮਿੱਤਰ ਨੇ, ਉਹਦਾ ਜਨਮ ਦਿਨ ਹੈ, ਉਹਦੇ ਘਰ ਜਾਣਾ, ਉਹ ਮੇਰੇ ਘਰ ਆਏਗਾ। ਜਦੋਂ ਇਨਸਾਨ ਮਿੱਤਰ ਬਣਾਉਂਦਾ ਹੈ ਤੇ ਕਮ ਸੇ ਕਮ ਕੋਸ਼ਿਸ਼ ਕਰਦਾ ਵੀ ਉਹ ਜੇ ਮੇਰੇ ਤੋਂ ਵੱਡਾ ਨਹੀਂ ਤੇ ਕਮ ਸੇ ਕਮ ਮੇਰੇ ਬਰਾਬਰ ਤਾਂ ਹੋਵੇ ਹੀ। ਬਹੁਤ ਘੱਟ ਹੋਏਗਾ ਵੀ ਇੱਕ ਅਮੀਰ ਬੰਦਾ ਗਰੀਬ ਮਾਤੜ ਨੂੰ ਮਿੱਤਰ ਬਣਾਵੇ, ਬਹੁਤ ਘੱਟ। ਮੈਂ ਨਹੀਂ ਕਹਿੰਦਾ ਨਹੀਂ ਹੋਣਗੇ, ਹੁੰਦੇ ਹੋਣਗੇ, ਪਰ ਐਵਰੇਜ ਪੱਖੋਂ ਘੱਟ ਹੈ। ਆਮ ਬੰਦੇ ਦੇ ਦਿਮਾਗ 'ਚ ਇੱਕ ਹੁੰਦਾ ਵੀ ਇਹਨੂੰ ਮਿੱਤਰ ਬਣਾ ਲਿਆ, ਰੋਜ਼ ਕੁਝ ਨਾ ਕੁਝ ਮੇਰੇ ਕੋਲੋਂ। ਬੋਲੋ ਸਾਰੇ। ਮਿੱਤਰ ਛੱਡੋ, ਰਿਸ਼ਤੇਦਾਰੀਆਂ ਬਣਾਉਣ ਲੱਗਿਆਂ ਵੀ ਬੰਦਾ ਜੇਬ ਵਹਿੰਦਾ, ਜੇਬ ਵਹਿੰਦਾ। ਪਹਿਲਾਂ ਕਿੱਲੇ ਵਹਿੰਦਾ, ਕਿੰਨੇ ਕਿੱਲੇ ਆਉਂਦੇ ਨੇ ਲੜਕੇ ਨੂੰ, ਦੁਕਾਨਾਂ ਕਿੰਨੀਆਂ ਆਉਂਦੀਆਂ ਨੇ, ਕਾਰੋਬਾਰ ਕਿੰਨਾ ਹੈ, ਨੌਕਰੀ ਕਿੰਨੀ ਹੈ। ਅੱਛਾ ਮੰਨ ਲਓ ਜੇ ਕਿੱਲੇ 15 ਆਉਂਦੇ ਹੋਣ ਤੇ ਸਮੈਕ ਪੀਂਦਾ ਹੋਵੇ, ਫਿਰ ਉਹ ਬੋਲੋ ਭਾਈ। ਹੁਣ ਜੇ ਤੁਸੀਂ ਸੱਦ ਬੈਠੇ, ਦੋਹਰੀ ਵਾਰੀ ਸੁਣਨਾ ਤਾਂ ਪੈਣਾ ਹੀ ਆ ਤੁਹਾਨੂੰ। ਵੇਖੋ ਮੀਂਹ 'ਚ ਤੁਸੀਂ ਵੀ ਭਿੱਜੇ ਜੇ, ਆਪਾਂ ਵੀ ਇੰਨੀ ਦੂਰੋਂ ਆਏ ਹਾਂ, ਤੇ ਸੁਣਨਾ ਤਾਂ ਪੈਣਾ ਹੀ ਹੈ ਵੀ। ਮੰਨ ਲਓ ਕਿੱਲੇ ਆਉਂਦੇ ਹੁਣ 20 22 ਤੇ ਨਸ਼ਾ ਪੀਂਦਾ ਹੋਵੇ, ਕਿੱਲੇ ਹੋਣ 2 3 ਪਰ ਨਸ਼ਾ ਨਾ ਪੀਂਦਾ ਹੋਵੇ, ਸਾਡੇ ਦਿਮਾਗ 'ਚ ਕਦੀ ਧਿਆਨ ਜਾਊਗਾ ਵੀ ਇਹਦੇ ਨਾਲ ਵੀ ਆਪਣੀ ਧੀ ਤੋਰ ਦਈਏ। ਹੋ ਸਕਦਾ ਇਹ ਚਾਂਸ ਹੈ ਵੀ ਇਹ 2 ਕਿੱਲਿਆਂ ਵਾਲਾ ਕਮਾਈ ਕਰਕੇ 50 ਕਿੱਲੇ ਬਣਾ ਲੂ, ਪਰ ਜਿਹੜਾ ਨਸ਼ਿਆਂ 'ਚ ਪੈ ਗਿਆ ਉਹਨੇ 30 ਤੋਂ ਥੱਲੇ ਸੁੱਟ ਦੇਣਾ ਤੁਹਾਨੂੰ। ਤੇ ਸੁੱਟੇ ਆ ਕਈਆਂ ਨੇ, ਨਹੀਂ ਸੁੱਟੇ ਤਾਂ ਦੱਸ ਦਿਓ। ਝੂਠ ਸੱਚ ਮਾਰ ਮਾਰ ਕੇ ਇੱਦਾਂ ਵਿਚੋਲੇ ਨੂੰ ਛਾਪਾਂ ਛੱਲਿਆਂ ਦੇ ਲਾਲਚ ਦੇ ਦੇ ਕੇ, ਵਿਚੋਲੇ ਵੀ ਉਹੋ ਜਿਹੇ ਹੁੰਦੇ ਲਾਈ ਲੱਗ ਜੇ ਜਿਨ੍ਹਾਂ ਨੂੰ ਛਾਪਾਂ ਦੇ ਛੱਲੇ। ਤਾਂ ਹੀ ਤੁਸੀਂ ਵੇਖਿਆ ਬਹੁਤੇ ਵਿਆਹਾਂ ਤੋਂ ਬਾਅਦ ਵਿਚੋਲੇ ਚਾਹ ਪੀਣ ਜੋਗੇ ਨਹੀਂ ਰਹਿੰਦੇ। ਨਾ 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 ਨਾ, ਉਹ ਫਿਰ ਉਹ ਪਹਿਲੀ ਗੱਲ ਤਾਂ ਵਿਆਹ ਵਾਲੇ ਦਿਨ ਹੀ ਬੱਸ ਦੀ ਬਾਰੀ ਨਾਲ ਲੰਮਕੇ ਆਉਂਦੇ ਆ। ਉਹ ਚਾਹ ਪੀਂਦਿਆਂ ਪੀਂਦਿਆਂ ਗੱਲ ਜ਼ਾਹਰ ਹੋ ਜਾਂਦੀ। ਇੱਕ ਗੁਰੂ ਵਿਚੋਲਾ ਵਾ ਜਿਹਦੇ ਬਾਰੇ ਬਾਣੀ 'ਚ ਲਿਖਿਆ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹੁਣ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਹਿਮਾ ਸਾਧੂ ਸੰਗ ਕੀ। ਮਹਿਮਾ ਸੁਣੋ, ਵਡਿਆਈ ਸੁਣੋ। ਮਹਿਮਾ ਹੁੰਦੀ ਵਡਿਆਈ। ਮਹਿਮਾ ਸਾਧੂ ਸੰਗ ਕੀ। ਪਹਿਲਾਂ ਤਾਂ ਆਪਣੇ ਦਿਮਾਗ 'ਚ ਪਿਕਚਰ ਕਲੀਅਰ ਕਰੋ ਵੀ ਸਾਧੂ ਕੌਣ ਹੈ। ਵੇਖੋ ਇਹਨੂੰ ਕਹਿੰਦੇ ਡੈਫੀਨੇਸ਼ਨ ਕਲੀਅਰ ਕਰਨੀ। ਕਿਸੇ ਵੀ ਚੀਜ਼ ਦੀ ਜਦੋਂ ਤੱਕ ਡੈਫੀਨੇਸ਼ਨ ਕਲੀਅਰ ਨਹੀਂ ਹੁੰਦੀ, ਆਪਾਂ ਨੂੰ ਪਤਾ ਲੱਗੂ ਸਾਧੂ ਕੌਣ ਹੈ। ਹੁਣ ਮੈਂ ਇੱਥੋਂ ਸਾਧੂ ਸ਼ਬਦ ਬੋਲਤਾ, ਤਵੱਜੋ ਦੇ ਕੇ ਸੁਣੋ ਪਿਆਰਿਓ, ਇੱਧਰ ਧਿਆਨ ਦਿਓ। ਵਾਹਿਗੁਰੂ ਗੁਰੂ ਪੰਜਵੇਂ ਪਾਤਸ਼ਾਹ ਦਾ ਵਾਕ ਪੜਿਆ ਵੀ ਮਹਿਮਾ ਸਾਧੂ, ਸਾਰੇ ਬੋਲਿਓ ਕਰੋ, ਮਹਿਮਾ ਸਾਧੂ ਸੰਗ ਕੀ ਸੁਣੋ ਮੀਤਾ। ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਸਾਧੂ ਕੌਣ ਹੈ। ਹੁਣ ਮੰਨ ਲਓ ਮੈਂ ਇੱਥੋਂ ਸਾਧੂ ਸ਼ਬਦ ਬੋਲਿਆ, ਜਿੰਨੇ ਆਪਾਂ ਇੱਥੇ ਬੈਠੇ ਹਾਂ, ਜੇ ਆਪਾਂ ਸਾਧੂ ਦੀ ਡੈਫੀਨੇਸ਼ਨ ਪਰਿਭਾਸ਼ਾ ਕਲੀਅਰ ਨਾ ਕੀਤੀ ਤੇ ਹਰ ਇੱਕ ਨੇ ਸਾਧੂ ਦੇ ਅਰਥ ਵੱਖਰੇ ਵੱਖਰੇ ਚੱਕ ਲੈਣੇ। ਪਰ ਜਿਹੜਾ ਗੁਰੂ ਅਰਜਨ ਸਾਹਿਬ ਸਾਧੂ ਕਹਿ ਰਿਹਾ ਉਹ ਵਿੱਚੋਂ ਅਲੋਪ ਹੋ ਜਾਣਾ। ਕਿਉਂਕਿ ਆਮ ਸਾਡੇ ਸਮਾਜ 'ਚ ਸਾਧੂ ਕਿਹਨੂੰ ਕਹਿੰਦੇ ਆ ਭਲਾ? ਬੋਲ ਕੇ ਤੁਸੀਂ ਦੱਸਿਓ, ਮੈਂ ਨਹੀਂ ਬੋਲਣਾ। ਵੇਖੋ ਕੱਲਾ ਫਤਿਹਜੀਤ ਸਿੰਘ ਤੁਸੀਂ ਨਾ ਬੋਲੋ, ਇੱਧਰ ਬੋਲਣ ਦੇਣਾ। ਇਹਨਾਂ ਕਹਿਣਾ ਵੀ ਇਹ ਬੰਦੇ ਨੂੰ ਸਿਖਾ ਕੇ ਲਿਆਏ ਆ। ਸਾਧ ਸੰਗਤ ਜੀ ਇਹ ਇੱਧਰੋਂ ਆਇਆ, ਅਸੀਂ ਇੱਧਰੋਂ ਆਏ ਜੇ।
ਹੁਣ ਦੱਸਿਓ ਇੱਧਰੋਂ ਆਵਾਜ਼ ਆਉਣੀ ਚਾਹੀਦੀ ਹੈ। ਸਾਧੂ ਦੀ ਕੀ ਡੈਫੀਨੇਸ਼ਨ ਜੀ ਆਮ ਸਮਾਜ ਭਲਾ? ਸਾਧੂ ਮਤਲਬ ਆਪਣੇ ਦਿਮਾਗ, ਜਿਵੇਂ ਹੁਣ ਮੰਨ ਲਓ ਮੈਂ ਕਹਿੰਦਾ ਜੋਗੀ ਦੀ ਆਪਣੇ ਦਿਮਾਗ 'ਚ ਪਿਕਚਰ ਤਿਆਰ ਕਰੋ, ਇੱਕ ਪੁਲਿਸ ਅਫਸਰ ਦੀ ਆਪਣੇ ਦਿਮਾਗ 'ਚ ਪਿਕਚਰ ਤਿਆਰ ਕਰੋ। ਮੰਨ ਲਓ ਟ੍ਰੇਨ ਦੀ ਪਿਕਚਰ ਬਣਾਓ ਆਪਣੇ ਦਿਮਾਗ 'ਚ, ਆਪਣੇ ਦਿਮਾਗ 'ਚ ਟ੍ਰੇਨ ਦੀ ਪਿਕਚਰ ਬਣ ਜਾਂਦੀ ਵੀ ਇੱਦਾਂ ਦਾ ਇੰਜਣ ਹੁੰਦਾ ਹੈ, ਜੇ ਉਹ ਬਿਜਲੀ ਚੱਲਦਾ ਤਾਂ, ਜੇ ਕੋਲਿਆਂ 'ਤੇ ਚੱਲਦਾ ਤਾਂ, ਦਿਮਾਗ 'ਚ ਪਿਕਚਰ ਬਣ ਗਈ ਨਾ। ਹੁਣ ਮੰਨ ਲਓ ਮੈਂ ਐਗਜ਼ਾਮਪਲ ਦੇਣ ਲੱਗਾ, ਮੈਂ ਕਹਿੰਦਾ ਜੀ ਐਪਲ ਦੀ ਸੇਬ ਦੀ ਪਿਕਚਰ ਬਣਾਓ ਦਿਮਾਗ 'ਚ, ਬਣ ਗਈ ਨਾ, ਸੇਬ ਕਿੱਦਾਂ ਦਾ ਹੁੰਦਾ। ਹੁਣ ਸਾਧੂ ਦੀ ਪਿਕਚਰ ਬਣਾਓ ਦਿਮਾਗ 'ਚ, ਸਾਧੂ ਕਿੱਦਾਂ ਦਾ ਹੁੰਦਾ? ਚਿੱਟੇ ਚੋਲੇ ਵਾਲਾ, ਲਾਲ, ਚਲੋ ਕੋਈ ਵੀ ਚੋਲਾ ਪਾ ਸਕਦਾ, ਚੋਲੇ ਵਾਲਾ, ਯਾਨੀ ਕਿ ਸਾਧੂ। ਸਾਡੇ ਸਮਾਜ ਸਾਧੂ ਕਿਹਨੂੰ ਕਹਿੰਦੇ ਆ? ਜਿਹਨੇ ਵਿਆਹ ਨਾ ਕਰਾਇਆ ਹੋਵੇ, ਲੋਕਾਂ ਨੂੰ ਇੱਦਾਂ ਆਸ਼ੀਰਵਾਦ ਦਿੰਦਾ ਹੋਵੇ। ਬੋਲੋ ਭਾਈ, ਇੱਦਾਂ ਹੀ ਆ ਜੀ। ਬੜੇ ਪੁੱਗੇ ਹੋਏ ਸਾਧੂ ਨੇ। ਕੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਬਦ ਵਿੱਚ ਉਸ ਸਾਧੂ ਦੀ ਗੱਲ ਕਰ ਰਹੇ ਨੇ? ਫਿਰ ਆਪਾਂ ਗੱਲ ਅੱਗੇ ਤੋਰਦੇ ਹਾਂ। ਵੇਖੋ, ਜਦੋਂ ਟੀਚਰ ਪੜ੍ਹਾਉਂਦਾ ਬੱਚਿਆਂ ਨੂੰ, ਮੈਥ ਪੜ੍ਹਾਉਂਦਾ, ਤੁਹਾਡੇ 'ਚੋਂ ਕਈ ਟੀਚਰ ਬੈਠੇ ਹੋਣੇ ਨੇ, ਜੇ ਸਟੂਡੈਂਟ ਨੂੰ ਸਮਝ ਨਾ ਆਵੇ ਤਾਂ ਅੱਗੇ ਪੜ੍ਹਾਉਣ ਦਾ ਫਾਇਦਾ ਕੋਈ ਨਹੀਂ। ਅਸੀਂ ਤਾਂ ਸਾਰੇ ਸਟੂਡੈਂਟ ਹਾਂ, ਸਾਡੇ ਟੀਚਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਜੇ ਸਾਡਾ ਸਬਜੈਕਟ ਕਲੀਅਰ ਨਹੀਂ ਹੋਊਗਾ, ਆਪਾਂ ਅੱਗੇ ਕਿੱਦਾਂ ਤੁਰਾਂਗੇ? ਜਦੋਂ ਐਗਜ਼ਾਮ ਹੋਏਗਾ ਮੈਂ ਫੇਲ ਹੋ ਜਾਣਾ। ਹੁਣ ਜਿਹੜੇ ਬੱਚੇ ਐਗਜ਼ਾਮ ਦੇ ਵਿੱਚ ਪਾਸ ਹੁੰਦੇ ਆ, ਇਹਦਾ ਅਰਥ ਵਾ ਵੀ ਉਹ ਬਹੁਤ ਧਿਆਨ ਨਾਲ ਗੱਲ ਸੁਣਦੇ ਆ। ਹੁਣ ਪਹਿਲਾਂ ਸਾਧੂ ਦੀ ਆਪਣੇ ਦਿਮਾਗ 'ਚ ਪਿਕਚਰ ਕਲੀਅਰ ਕਰੋ ਵੀ ਸਾਧੂ ਕੌਣ ਆ ਗੁਰਬਾਣੀ ਜਿੱਥੇ ਆਖਿਆ ਮਹਿਮਾ ਸਾਧੂ ਸੰਗ ਕੀ, ਵੀ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਸਾਧੂ ਦੇ ਸੰਗ ਦੀ ਮਹਿਮਾ ਸੁਣੋ ਬਈ। ਆਓ ਤੁਹਾਨੂੰ ਮੈਂ ਮਹਿਮਾ ਦੱਸਾਂ। ਅੱਛਾ, ਜੇ ਤੇ ਸਾਧੂ ਲੰਬੇ ਚੋਲੇ ਵਾਲਾ ਹੁੰਦਾ, ਧਿਆਨ ਨਾਲ ਸੁਣਿਓ, ਤੇ ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਵੀ ਪੈਂਟ ਕਮੀਜ਼ ਲਾਉਣ ਨੂੰ, ਕੁੜਤਾ ਪਜਾਮਾ ਲਾ ਕੇ ਚੋਲਾ ਪਾਉਣ ਨੂੰ ਟਾਈਮ ਕਿੰਨਾ ਕੁ ਲੱਗਦਾ ਜੀ ਭਲਾ? ਸਾਧੂ ਜੀ ਕੱਪੜੇ ਚੇਂਜ ਕਰਨ ਨੂੰ, ਨਹਾ ਕੇ ਸਵੇਰੇ ਕਿੰਨੇ ਕੁ ਚਿਰ 'ਚ ਕੱਪੜੇ ਚੇਂਜ ਹੋ ਜਾਂਦੇ? ਬੋਲੋ ਭਾਈ, ਇਹ 2-3 ਮਿੰਟਾਂ ਦੀ ਖੇਡ ਆ। ਵੀ ਬੰਦੇ ਨੂੰ ਤੁਸੀਂ ਪੈਂਟ ਕਮੀਜ਼ ਕਹੋ ਵੀ ਲਾ ਤਾਂ ਤੂੰ ਚੋਲਾ ਪਾ, ਬੰਦਾ ਸਾਧੂ ਬਣ ਗਿਆ। ਜੇ ਤੇ ਬਾਣੇ ਨੂੰ ਸਾਧੂ ਕਹਿਣਾ, ਫਿਰ ਤਾਂ ਸਾਧੂ ਬਣਨ ਦੀ ਖੇਡ ਹੀ ਇੰਨੀ ਕਾ। ਕੀ ਇੱਕ ਸਧਾਰਨ ਬੰਦੇ ਨੂੰ ਆਰਮੀ ਦੀ ਵਰਦੀ ਪਵਾ ਦਿਓ ਤੇ ਉਹ ਆਰਮੀ ਦਾ ਅਫਸਰ ਬਣ ਗਿਆ? ਉਹਨੂੰ 9 ਮਹੀਨੇ ਟ੍ਰੇਨਿੰਗ ਕਰਨੀ ਪੈਂਦੀ ਹੈ, ਕਿੰਨੀ ਸਟੱਡੀ ਕਰਨੀ ਪੈਂਦੀ ਹੈ, ਕਿੰਨਾ ਉਹਨੂੰ ਪੜ੍ਹਨਾ ਪੈਂਦਾ ਹੈ, ਕਿੰਨੀ ਉਹਦੀ ਮਿਹਨਤ ਆ। ਤੁਹਾਡੇ ਮੇਰੇ ਵਰਗਾ ਕੋਈ ਗਰਾਊਂਡ ਵੀ ਚਲਾ ਜਾਏ ਤੇ ਅਸੀਂ ਫੜੇ ਜਾਣਾ ਉਸੇ ਵੇਲੇ, ਪਰ ਜੇ 50 ਆਰਮੀ ਦੇ ਨੌਜਵਾਨ ਗਰਾਊਂਡ ਦੇ ਵਿੱਚ ਉਹ ਤੁਰਦੇ ਨੇ, ਇੱਕ ਦਾ ਪੈਰ ਸੱਜਾ ਉੱਠਦਾ ਤੇ ਸਾਰਿਆਂ ਦਾ ਪੈਰ ਸੱਜਾ ਉੱਠਦਾ, ਕਿਉਂਕਿ ਅਸੀਂ ਟ੍ਰੇਨਿੰਗ ਤੋਂ ਬਿਨਾਂ ਵਾ। ਉਹ ਰੋਜ਼ ਟ੍ਰੇਨਿੰਗ ਕਰਦੇ ਆ, ਰੋਜ਼ ਦੌੜਦੇ ਆ, ਰੋਜ਼ ਭੱਜਦੇ ਆ, ਰੋਜ਼ ਉਹਨਾਂ ਨੂੰ ਪਤਾ ਹੈ, ਆਪਾਂ ਨੂੰ ਨਹੀਂ ਪਤਾ। ਪਰ ਜੇ ਮੈਂ ਦਿਸਣਾ ਹੋਵੇ ਫੌਜੀ ਵਰਗਾ, ਤੇ ਵਰਦੀ ਤੇ 10 ਮਿੰਟਾਂ ਦੀ ਖੇਡ ਪਾਉਣੀ। ਪਰ ਜੇ ਮੈਂ ਬਣਨਾ ਵਾ, ਉਹਦੇ ਵਾਸਤੇ ਮੈਨੂੰ ਮਿਹਨਤ, ਉੱਚੀ ਬੋਲੋ, ਕਰਨੀ ਪੈਣੀ। ਹੁਣ ਜਿਹੜੇ ਸਾਧੂ ਦਾ ਸੰਗ ਕਰ ਲਈ ਗੁਰੂ 5ਵੇਂ ਪਾਤਸ਼ਾਹ ਕਹਿ ਰਹੇ ਆ, ਸਵਾਲ ਇਹ ਪੈਦਾ ਹੁੰਦਾ ਵੀ ਉਹਨਾਂ ਦੇ ਲਾਗੇ ਉਦੋਂ ਸਾਧੂ ਕਿਹੜਾ ਬੈਠਾ? ਉਹਨਾਂ ਲਾਗੇ ਤਾਂ ਸਾਰੇ ਸਿੱਖ ਬੈਠੇ ਆ। ਜਦੋਂ ਉਹ ਲਾਹੌਰ ਗਏ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਖੁਦ ਗਏ ਆ, ਉਦੋਂ ਕਿਹੜੇ ਉਹਨਾਂ ਦੇ ਸਾਹਮਣੇ ਸਾਧੂ ਬੈਠੇ ਆ? ਗੁਰੂ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੋ ਵਿਚਾਰ ਦੇ ਰਹੇ ਆ ਵੀ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਹੁਣ ਬਾਣੀ 'ਚ ਅਨੇਕਾਂ ਸ਼ਬਦ ਨੇ। ਸਾਗਰ ਤਰਿਆ, ਸਾਰੇ ਬੋਲੋ ਜੀ, ਸਾਗਰ ਤਰਿਆ ਸਾਧੂ ਸੰਗੇ। ਸਾਗਰ ਤਰਨਾ ਵਾ ਸਾਧੂ ਦੇ ਸੰਗ। ਹੁਣ ਮੈਂ ਪ੍ਰਮਾਣ ਦੇ ਰਿਹਾ, ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰ ਕੇ ਭੂਤ ਬਸੈ ਤਿੰਨ ਮਾਹ। ਹੁਣ ਕਿੰਨੇ ਪ੍ਰਮਾਣ ਨੇ ਸਾਧੂ ਬਾਰੇ ਬਾਣੀ 'ਚ ਆਏ ਜਾਂਦੇ ਨੇ ਵੀ ਕਬੀਰ ਜਾ ਘਰ ਸਾਧ ਨਾ, ਇਹਦਾ ਮਤਲਬ ਸਾਨੂੰ ਆਪਣੇ ਘਰਾਂ ਸਾਧੂ ਨੂੰ ਸੇਵਣਾ ਚਾਹੀਦਾ। ਮਾਂ ਭੁੱਖੀ ਮਰ ਰਹੀ ਹੈ, ਬਾਪੂ ਰੋਟੀ ਤੋਂ ਆਤਰ ਹੈ, ਤੇ ਮੈਂ ਕਿਸੇ ਸਾਧੂ ਨੂੰ ਸੇਵਾ ਘਰ ਦੇ ਵਿੱਚ, ਫਿਰ ਮੇਰਾ ਘਰ ਜਿਹੜਾ ਸੁਖੀ ਵਸੇਗਾ। ਹੁਣ ਸਾਧੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇੱਥੇ ਸ਼ਬਦ ਪੜ੍ਹ ਲਿਓ ਜਾ ਕੇ, 809 ਨੰਬਰ ਅੰਕ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹਦੇ ਅਰਥ ਕੀਤੇ ਨੇ, ਇੱਥੇ ਸਾਧੂ ਦਾ ਅਰਥ ਹੈ ਗੁਰੂ। ਸਾਰੇ ਬੋਲੋ, ਸਾਧੂ ਦਾ ਅਰਥ ਕੀ ਹੈ? ਗੁਰੂ। ਅਸੀਂ ਹੁਣ ਕਿਹਦਾ ਸੰਗ ਕਰ ਰਹੇ ਹਾਂ? ਆਪਣੇ ਸਾਧੂ ਦਾ। ਜਦੋਂ ਮੈਂ ਸ਼ਾਮਾਂ ਨੂੰ ਸੋਦਰ ਦਾ ਪਾਠ ਕਰਦਾ, ਉਦੋਂ ਮੈਂ ਕਿਹਦਾ ਸੰਗ ਕਰਦਾ? ਸਾਰੇ ਬੋਲੋ, ਸਾਧੂ ਦਾ। ਜਦੋਂ ਮੇਰੀਆਂ ਭੈਣਾਂ ਵੀਰ ਸਵੇਰੇ ਉੱਠ ਕੇ ਸਤਿਗੁਰ ਦੀ ਬਾਣੀ ਪੜ੍ਹਦੀਆਂ, ਉਦੋਂ ਅਸੀਂ ਕਿਹਦਾ ਸੰਗ ਕਰਦੇ ਹਾਂ ਜੀ? ਸਾਧੂ ਦਾ।
क्योंकि जो असीं गुरबाणी पढ़ते हैं, गुरबाणी ही साडे लई साधु है। क्योंकि महिमा साधु संग की सुनहो मेरे मीता, साधु दी महिमा सुन मेरे मित्रा मैल खोई। अच्छा, इस साधु का फायदा की आ? ये तेरे अंदर दी मैल गवा देवेगा। क्योंकि ज्यों ज्यों मैं बाणी पढ़ांगा, ज्यों ज्यों मैं बाणी विचारांगा, चरण साध के, सारे बोलो, चरण साध के धोए धोए पीओ। अच्छा, जे तो साध शरीर वा, क्यों जी पैर धो के पीने चाहिए? बोल के दस्यो। घरां तो फिल्टर लवाए आप, सौ दो दो तीन तीन घरां में तो अपने सुख ना फिल्टर लवाए आ, पानी चैक कर करके पीने आ। कई लोगों हुण इन्हां तुकां दे सही अर्थ ना होण करके बहुते लोग बाबियां दे पैर धो धो के घरां च पीण लग पे। भी इदां बाबे नूं बिठाओ सोफे ते, आप टब्बर बह गया जमीन ते, बाटा लिआंदा बाबा जी दे पैर धोते, पैर धो के ते मुड़ के चूले लैण लग पैंदे आ। इंटरनेट के उत्ते कई वीडियो ऐसियां पईयां होईयां। अच्छा, जे घर च प्यो कहे ना किते भी मेरा अज गोडा दुखदा, मेरा मोढा दुखदा, मेरी डिस्क प्रॉब्लम आ, पुत्त माड़े जे पैर धो दिओ, तो उन्होंने आंदे 10 हद की हुई आ, कोई गल नहीं, आपे धो लो, हौली माड़े मुड़ जे। अजे साडियां बजुर्गों ने मेहनत भी की, ते बजुर्ग दे पैर धोण च हर्ज भी कोई नहीं। घर च मां बीमार है, उन्होंने बुखार है, घर च दादा दादी बीमार है, उन्होंने गर्म पानी नाल हथ पैर धोण च हर्ज भी कोई नहीं। जिथे जरूरत है उत्थे असीं पैर पिछां खिच लैने आ। ते जेड़े बाबे चंगे पड़े सब कुछ आपे कर सकते आ, उन्हां दे पिछे लोग बाटे गड़वे कई को समान लैके तुरे फिरदे। हुण सतगुर दी बाणी इत्थे की कह रही है भी चरण साध के धोए धोए। अच्छा, जे ते इत्थे साध बंदा वा, ध्यान नाल सुणियो, तो फिर तो साध संगत जी आपां नूं सारिआं नूं पैर धो के पीने चाहिए। इत्थे साध गुरु आ, ते गुरु दे चरण की आ? हिरदे चरण, हिरदे चरण शब्द सतगुरु को। गुरु दा शब्द ही गुरु दे चरण ने, गुरु दी सिक्ख्या ही गुरु दे चरण ने। हिरदे चरण शब्द सतगुरु को, नानक बांध्यो पाल। हे नानक, ये गल आख भी ये गल पल्ले बन ला, गुरु दा शब्द ही गुरु दे चरण ने। जन के चरण वसै मेरे हियरै। जन गुरु, चरण शब्द हियरै हिरदे विच। हुण दसो, जेड़े शरीर दे चम दे पैर वा, ये थोड़ा हिरदे च वसने, वसना तो शब्द वा। जन के चरण वसै मेरे हियर। तुसीं सिख रहत मर्यादा तुहाडे जिन्हां पढ़ी उन्होंने पता होना, जेड़े पीढ़े ते धन गुरु ग्रंथ साहिब का प्रकाश किया ना, ये बारे पता कि लिखिया मर्यादा च कि पीढ़े दियां मुठियां भरनियां मन मत ने। कुछ तुसीं कई गुरद्वारे वेख्या कि जो संगत परिक्रमा करदी है ना, इदां जेड़े पीढ़े उत्ते महाराज दा प्रकाश दा जाण लगे तां पीढ़े नूं इदां घुट के जांदे आ। तुसीं कई गुरद्वारे वेख्या होना। वो अच्छा फिर ग्रंथी सिंह अग्गेों रोकदा वा। ग्रंथी सिंह कहंदा भी बीबा भी ये ना करो। उन्हां दे दिमाग च आ भी ये गुरु साहिब दे, उच्ची बोलो जी, चरण वा भी इदां असीं इदां नप्पांगे ते महाराज इदां खुश होणगे। अच्छा, जे ग्रंथी सिंह ताबिया बैठा ये कहदे भी इत्थे पीढ़े दे पावे ना नप्पो, जे घर सੱਸ नूं टाईफाइड आ 10 मिनट लत्तां दबा दो, ਉਹਦੇ वास्ते तो बाबा लभदियां फिरदियां भी कदों माता दुनिया तो जावे। ਉਹਦੇ वास्ते तो असीं को फांडा कराउंदे फिरदे आं भी सੱਸ सहुरा साडा दुनिया माफ़ करना। ये गल सच है। जे बनदी होवे तो साडे बजुर्ग बिरध आश्रमां जाके धक्के खांदे फिरन। जिन्हां दी बनदी है वो तत्ती रोटी ला के अपने सੱਸ सहुरे नूं घर च खवाउंदे आ। उन्हां नूं बाहर यात्रा करन दी लोड़ नहीं। गृहस्थी बंदा जिहड़ा अपने टब्बर च विवस्थ है, 24 घंटे कामकार करदा, ਉਹਨੂੰ ਬਾਹਰ ਜਾਣ ਦੀ ਲੋੜ ਪੈਂਦੀ ਨਹੀਂ। ਇਮਾਨਦਾਰੀ ਬੰਦੇ ਦੇ ਪੱਲੇ ਹੋਵੇ, ਨੀਅਤ ਸਾਫ਼ ਹੋਵੇ ਤੇ ਘਰ ਦੀ ਟੂਟੀ ਦਾ ਪਾਣੀ ਕਿਸੇ ਸਰੋਵਰ ਦੇ ਜਲ ਨਾਲੋਂ ਘੱਟ ਨਹੀਂ। ਜੇ ਨੀਅਤ ਖਰਾਬ ਹੋਵੇ, ਨੀਅਤ ਮਾੜੀ ਹੋਵੇ, ਅਸੀਂ ਤਾਂ ਸਰੋਵਰ ਦੇ ਜਲ ਨੂੰ ਵੀ ਜ਼ਹਿਰ ਬਣਾ ਦੇਣਾ। ਨਾਨਕ ਘਰ ਹੀ ਬੈਠਿਆਂ ਸ਼ਹਿ ਮਿਲੈ। ਅੱਗੇ ਬੋਲੋ ਹੁਣ। ਜੇ ਨੀਅਤ ਰਾਸ ਕਰੇ, ਨੀਅਤ ਸਾਫ਼। अज नीयत की प्रॉब्लम है। हुण ग्रंथी सिंह ने कहा बीबा ध्यान ना सुनियो भी ये काम ना करो, भी आ मुठियां ना भरो।
ਅੱਛਾ, ਜੇ ਗ੍ਰੰਥੀ ਸਿੰਘ ਪਹਿਲਾਂ ਮੁੱਠੀਆਂ ਭਰਾਉਂਦਾ ਹੋਇਆ, ਮੰਨ ਲਓ ਉਹਨੇ ਨਾ ਰੋਕਿਆ, ਤਾਂ ਕੀ ਕਹਿਣਾ ਸੰਗਤ ਨੇ ਜਾਣ ਲੱਗਿਆ? ਉਹ ਪਹਿਲਾ ਗ੍ਰੰਥੀ ਸਹੀ ਸੀ, ਇਹ ਗ੍ਰੰਥੀ ਤਾਂ ਸਾਨੂੰ ਇਸ ਕੰਮ ਤੋਂ, ਬੋਲੋ ਜੀ, ਰੋਕਦਾ। ਅੱਛਾ, ਜਦੋਂ ਕਿਤੇ ਮੱਝ ਨਾ ਮਿਲੇ, ਆ ਹੁਣ ਤਾਂ ਥੋੜ੍ਹੀ ਜਿਹੀ ਲੋਕਾਂ 'ਚ ਸੁਚੇਤ ਹੋ ਗਏ, ਸਮਝ ਆ ਗਈ, ਮੱਝ ਨਾ ਮਿਲੇ, ਪੇੜਾ ਕਰਾਉਣ ਜਾਣਾ ਗ੍ਰੰਥੀ ਕੋਲ, ਅਤੇ ਇੱਦਾਂ ਉਹਨੇ ਕੋਈ ਸ਼ਬਦ ਪੜ੍ਹਨਾ, ਨਾਲ ਪੇੜੇ ਨੂੰ ਇੱਦਾਂ ਕਰ ਦੇਣਾ, ਜਾ ਕੇ ਮੱਝ ਗਾਂ ਨੂੰ ਦੇਣਾ, ਮੱਝ ਗਾਂ ਮਿਲ ਪੈਣੀ। ਜੇ ਗ੍ਰੰਥੀ ਉੱਥੇ ਪੜ੍ਹਿਆ ਲਿਖਿਆ ਆ ਜੇ, ਸਿਆਣਾ ਆ ਜੇ, ਅਸੀਂ ਪਹਿਲੇ ਦੇ ਭੁਲੇਖੇ ਜਾਈਏ, ਉਹ ਕਹੂਗਾ ਬੀਬਾ ਵੀ ਮੱਝ ਗਾਂ ਨੂੰ ਗਾਚਾ ਪਾਓ, ਪੱਠੇ ਪਾਓ, ਸਟਾਲਾ ਪਾਓ, ਉਹਨੂੰ ਹਰੇ ਪੱਠੇ ਪਾਓ, ਖਲ ਵੜੇਵੇਂ ਪਾਓ ਉਹਨੂੰ, ਆ ਪੇੜਿਆਂ ਨਾਲ ਗੱਲ ਨਹੀਂ ਬਣਦੀ। ਅੱਛਾ, ਫੇਰ ਕੀ ਕਹਿਣਾ ਜਾਣ ਲੱਗਿਆ? ਬੁੜ ਕਰਦੇ ਕਹਿਣਾ, ਉਹ ਇਹ ਕਿੱਥੋਂ ਰੱਖ ਲਿਆ ਗ੍ਰੰਥੀ, ਉਹ ਪਹਿਲਾਂ ਚੰਗਾ ਸੀ, ਨਿਆਣਿਆਂ ਨੂੰ ਫਾਂਡੇ ਵੀ ਕਰ ਦਿੰਦਾ ਸੀ। ਇਹ ਨਹੀਂ ਕਹਿਣਾ ਵੀ ਪਹਿਲਾਂ ਮਾੜਾ ਸੀ, ਇਹ ਚੰਗਾ ਵਾ। ਬੋਲੋ ਭਾਈ, ਉਹ ਬੋਲੋ ਗੁਰੂ ਕੇ ਪਿਆਰਿਓ। ਇਹ ਨਹੀਂ ਕਹਿਣਾ ਵੀ ਇਹ ਸਾਨੂੰ ਸਗੋਂ ਰੋਕਦਾ ਵਾ, ਇਹ ਚੰਗਾ ਵਾ। ਇਹ ਜਾਣ ਲੱਗਿਆ ਕਹਿਣਾ ਵੀ ਉਹ ਚੰਗਾ ਸੀ। ਅੱਛਾ, ਮੰਨ ਲਓ ਵੀ ਪੇੜੇ ਨਾਲ ਮੱਝ ਮਿਲੀ, ਭਲਾ ਮੱਝ ਕਿੱਦਾਂ ਮਿਲੀ? ਨੁਕਤਾ ਸੁਣਿਓ ਹੁਣ ਧਿਆਨ ਨਾਲ। ਹੁਣ ਜਦੋਂ ਮੱਝ ਨੂੰ ਚੋਣ ਲੱਗੇ, ਜਿਹੜੇ ਮੱਝਾਂ ਗਾਵਾਂ ਰੱਖਦੇ ਆ ਨਾ, ਕਈ ਵਾਰੀ ਮੱਝਾਂ ਗਾਵਾਂ ਨੂੰ ਤੁਸੀਂ ਟਾਈਮ ਚੇਂਜ ਕਰ ਦਿਓ ਤਾਂ ਵੀ ਮੱਝ ਨਹੀਂ ਮਿਲਦੀ ਕਈ ਵਾਰੀ। ਅੱਛਾ, ਇੱਕ ਚੀਜ਼, ਕਿਉਂਕਿ ਸਾਡਾ ਕੰਮ ਆਪ ਕਿਸਾਨੀ ਦਾ, ਮੈਨੂੰ ਪਤਾ, ਜੇ ਤੁਸੀਂ ਮੱਝ ਗਾਂ ਨੂੰ ਰੋਜ਼ ਜਗ੍ਹਾ ਚੇਂਜ ਕਰ ਦਿਓ ਚੋਣ ਵਾਲੀ, ਕਈ ਵਾਰੀ ਤਾਂ ਵੀ ਉਟਕ ਜਾਂਦੀ ਹੈ। ਕਈਆਂ ਮੱਝਾਂ ਗਾਵਾਂ ਦਾ ਇਹ ਸਮਾਂ ਹੁੰਦਾ ਵੀ ਉਹਨੂੰ ਇੱਕੇ ਕਿੱਲੇ 'ਤੇ ਰੱਖ ਕੇ ਤੁਸੀਂ ਚੋਣਾ, ਇੱਕੇ ਕਿੱਲੇ ਨਾਲ ਬੰਨ੍ਹ ਕੇ ਚੋਣਾ, ਜਾਂ ਉਹਨੂੰ ਕਈਆਂ ਦੇ ਹੱਥ ਲੱਗੀਆਂ ਹੁੰਦੀਆਂ ਨੇ। ਇਹ ਤੁਹਾਨੂੰ ਹਰ ਪਸ਼ੂ ਵਿੱਚ ਵੱਖਰੇ ਵੱਖਰੇ ਲੱਛਣ ਮਿਲਣਗੇ। ਅਤੇ ਕਈ ਪਸ਼ੂ ਇੱਦਾਂ ਦੇ ਆ ਜਿਹੜਾ ਮਰਜ਼ੀ ਥਾਪੀ ਮਾਰੇ। ਕਈ ਇੱਦਾਂ ਦੀਆਂ ਗਾਵਾਂ ਵੀ ਹੈਗੀਆਂ, ਘਰ ਪ੍ਰਾਹੁਣਾ ਹੋਵੇ ਜਦੋਂ ਮਰਜ਼ੀ ਦੁੱਧ ਚੋਲੋ। ਅਤੇ ਕਈ ਗਾਵਾਂ ਇੱਦਾਂ, ਮੱਝਾਂ ਗਾਵਾਂ ਇੱਦਾਂ ਦੀਆਂ, ਤੁਸੀਂ ਹੁਣ ਮੱਝ ਗਾਂ ਭੁੱਖੀ ਸਵੇਰ ਦੀ ਬੱਝੀ ਆ, ਪੱਠੇ ਉਹਨੂੰ ਸਵੇਰ ਦੇ ਪਾਏ ਕੋਈ ਨਹੀਂ, ਬੇਟਾਈਮੀ ਚੋਣ ਲੱਗੇ, ਉਹ ਮਿਲੀ ਨਹੀਂ, ਪੇੜਾ ਕਰਨ ਤੁਰ ਪਏ। ਹੁਣ ਪੇੜਾ ਕਰਨ ਜਾਣਾ, ਉਹਦੇ ਲਈ 10, 20, 25 ਮਿੰਟ ਲੱਗਣਗੇ, ਉਦੋਂ ਤੱਕ ਉਹ 2 ਟੋਕਰੇ ਪੱਠੇ ਖਾ ਗਈ। ਆਉਂਦਿਆਂ ਨੂੰ ਪੇੜਾ ਤਾਂ ਮੱਝ ਮਿਲ ਗਈ, ਮਿਲੀ ਆ ਪੱਠੇ ਖਾ ਕੇ, ਨਾ ਕਿਹਦਾ ਲੱਗਾ? ਪੇੜੇ ਦਾ। ਇੱਦਾਂ ਹੀ ਜਿਹੜੇ ਲੋਕ ਬਾਬਿਆਂ ਕੋਲ ਜਾਂਦੇ, ਬਾਬਾ ਜੀ 3 ਸਾਲ ਹੋ ਗਏ ਪੁੱਤ ਦਾ ਵਿਆਹ ਕੀਤੇ ਨੂੰ, ਕੋਈ ਅਰਦਾਸ ਕਰੋ ਨਾ। ਚਲੋ ਬਾਬੇ ਨੇ ਆਖਿਆ ਕੋਈ ਨਹੀਂ, ਮਹਾਰਾਜ ਭਲਾ ਕਰੂ, ਪੁੱਤਰ ਦਾ ਦਾਤ ਬਖਸ਼ੀ। ਹੁਣ ਬਾਬਾ ਗਿਆ 100 ਘਰਾਂ 'ਚ, ਅਤੇ 50-60 ਦੇ ਘਰ ਜਵਾਕ ਸੁੱਖ ਨਾ ਹੋ ਜਾਣੇ ਆ। ਉਹ ਜਿਹੜੇ 50-60 ਵਾ, ਉਹਨਾਂ ਨੇ ਕੀ ਕਹਿਣਾ ਭਲਾ? ਅੱਗੇ ਤੁਸੀਂ ਬੋਲਦੇ, ਹੁਣ ਸਾਰੀਆਂ ਗੱਲਾਂ ਮੇਰੇ ਕੋਲ ਨਾ ਕਹਾਓ ਵੀ ਮਹਾਂਪੁਰਖਾਂ ਦੀ ਅਰਦਾਸ ਨਾਲ ਕਿਰਪਾ ਨਾ ਹੋਇਆ। ਦੂਜਾ ਨੁਕਤਾ, ਆਪਣੀ ਫਾਈਲ ਤਿਆਰ ਕੀਤੀ, ਪੇਪਰ ਭਰੇ, ਸਾਰਾ ਕੁਝ, ਬਾਬਾ ਜੀ ਕਿਰਪਾ ਕਰੋ ਪੁੱਤ ਬਾਹਰ ਚਲ ਜਾਵੇ। ਚਲੋ ਬਾਬੇ ਨੇ ਅਰਦਾਸ ਕੀਤੀ 100 ਜਵਾਕਾਂ ਦੀ, 100 ਵਿੱਚੋਂ 40-50 ਚਲੇ ਗਏ ਪੱਕੇ। ਅਤੇ ਸੁਖਣਾ ਇਹ ਸੁੱਖ ਤੀ ਕਿ ਬਾਬਾ ਜਦੋਂ ਪੁੱਤ ਪੱਕਾ ਹੋਊ, ਪਹਿਲੀ ਤਨਖਾਹ, ਅੱਗੇ ਬੋਲੋ ਹੁਣ ਜੀ, ਤੁਹਾਡੇ ਆਊ। ਚਲੋ ਮਹਾਰਾਜ ਦੀ ਕਿਰਪਾ ਨਾਲ ਇੱਥੋਂ ਦਾ 2 ਲੱਖ, ਉਹਦੇ ਉੱਥੋਂ ਵਾਸਤੇ 10-15 ਵੱਧ ਤੋਂ ਵੱਧ $2-3 ਹੀ ਹੁੰਦਾ। ਉਹ 50 ਪੱਕੇ ਹੋ ਗਏ, 50 ਦੀ ਗੱਲ ਨਹੀਂ ਬਣੀ। ਇੱਦਾਂ ਟਰੈਵਲ ਏਜੰਟ ਵੀ ਇੰਨੀ ਕੁੰਡੀ ਰੱਖਦੇ ਆ, ਫਾਰਮ ਭਰਨ ਦਾ ਕੋਈ ਇੰਨਾ ਖਰਚਾ ਨਹੀਂ। ਜਿਹੜੇ ਪੜ੍ਹੇ ਲਿਖੇ ਬੱਚੇ ਉਹ ਤਾਂ ਘਰੋਂ ਹੀ ਸਿੱਧਾ ਅਪਲਾਈ ਕਰਦੇ ਆ। ਉਹ ਤਾਂ ਕਹਿੰਦੇ ਸਾਨੂੰ ਪਤਾ ਨੁਕਤਿਆਂ ਦਾ, ਵੀ ਗੱਲ ਕਰਦੀ ਫਾਰਮ ਭਰਨ ਦੇ ਕਿੰਨੇ ਕੁ ਪੈਸੇ ਆ, ਉਹਨੂੰ ਪਤਾ ਵੀ ਜੇ ਤਾਂ ਲੱਗ ਗਿਆ ਤਾਂ ਠੀਕ ਹੈ, ਨਾ ਲੱਗ ਗਿਆ ਤਾਂ ਠੀਕ। ਹੁਣ ਗੱਲ ਕੀ ਬਣੀ? 50 ਦਾ ਵੀਜ਼ਾ ਲੱਗ ਗਿਆ, ਜੇ 50 ਬੱਚੇ ਬਾਹਰੋਂ ਵਜੇ ਪਹਿਲੀ ਤਨਖਾਹ 2-2 ਲੱਖ ਭੇਜਣਗੇ, ਕਿੰਨਾ ਆ ਗਿਆ ਬਾਬੇ ਕੋਲ? ਬੋਲ ਕੇ ਤੁਸੀਂ ਦੱਸੋ ਹੁਣ। ਕਰੋੜ। ਜਿੰਨਾ 50 ਦਾ ਨਹੀਂ ਲੱਗਾ ਉਹਨਾਂ ਪਤਾ ਕਹਿਣਾ ਕਿਸਮਤ ਮਾੜੀ, ਸਾਡਾ ਬਾਹਰਲੀ ਟੂਟੀ 'ਚ ਪਾਣੀ ਨਾ ਲਿਖਿਆ। ਜੇ ਨਹੀਂ ਲਿਖਿਆ ਤੁਸੀਂ ਧੱਕੇ ਖਾਣ ਗਏ ਸੀ ਉੱਥੇ, ਜੇ ਤੁਹਾਨੂੰ ਪਹਿਲਾਂ ਹੀ ਪਤਾ ਵੀ ਤੁਹਾਡਾ ਉਸ ਟੂਟੀ 'ਤੇ ਨਾਂ ਹੀ ਨਹੀਂ ਲਿਖਿਆ, ਤੁਸੀਂ ਬਾਬੇ ਕੋਲ ਕੀ ਲੈਣ ਗਏ ਸੀ ਫਿਰ? ਅੱਛਾ, ਜੇ ਲੱਗ ਜਾਂਦਾ ਫਿਰ ਟੂਟੀ ਨਾਲ ਚੱਕ ਲੈਣੀ ਸੀ ਨਾਲ ਹੀ, ਫਿਰ ਬਾਬੇ ਨੇ ਕਿਰਪਾ ਕਰਤੀ। ਉਹ ਭਲਿਓ ਨਾ ਉਜੜੋ ਇਹਨਾਂ ਕੰਮਾਂ 'ਚ। ਜੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਮਹਾਰਾਜ ਨੇ ਅਖੌਤੀ ਰਾਜਨੀਤਿਕ ਅਤੇ ਅਖੌਤੀ ਧਾਰਮਿਕ ਲੋਕਾਂ ਦੇ ਵਿਰੁੱਧ ਜੰਗ ਲੜੀ ਹੈ। ਜਿਹੜੀ ਅਖੌਤੀ ਰਾਜਨੀਤਿਕ ਲੋਕ ਸੀ ਜਿਹੜੇ, ਹੁਣੇ ਗੱਲ ਭੀਮ ਚੰਦ ਦੀ ਹੋ ਰਹੀ ਸੀ। ਭੀਮ ਚੰਦ ਨੂੰ ਕੀ ਤਕਲੀਫ ਸੀ ਭਲਾ? ਨਗਾਰਾ ਸਾਡਾ ਸੀ 1682 ਰਣਜੀਤ ਨਗਾਰਾ ਸਥਾਪਿਤ ਹੋਇਆ। ਵੇਖੋ ਨਗਾਰਾ ਗੁਰਦੁਆਰੇ ਦੀਆਂ 5 ਨਿਸ਼ਾਨੀਆਂ 'ਚ ਨਗਾਰੇ ਦਾ ਨਾਂ ਜ਼ਰੂਰ ਆਉਂਦਾ, ਗੁਰਦੁਆਰੇ 'ਚ ਨਗਾਰੇ ਵੱਜਦੇ ਆ। ਨਗਾਰਾ ਇੱਕ ਤਾਂ ਜੰਗ ਦਾ ਸੂਚਕ ਸੀ, ਜਦੋਂ ਜੰਗ 'ਤੇ ਚੜ੍ਹਨਾ ਅਤੇ ਨਗਾਰਾ ਵੱਜਣਾ। ਇੱਥੇ ਵੀ ਜੰਗ ਵਾ, ਕਿਹਦੀ ਆ? ਇੱਥੇ ਮਨ ਦੀ ਵਿਕਾਰਾਂ ਨਾਲ ਜੰਗ ਵਾ। ਸਵੇਰੇ ਸ਼ਾਮ ਗੁਰਦੁਆਰੇ 'ਚ ਵੱਜਦੇ ਨਗਾਰੇ, ਇਸ ਗੱਲ ਦਾ ਸਬੂਤ ਆ ਵੀ ਬੰਦਿਆ ਤਗੜਾ ਹੋ ਜਾ, ਇੱਥੋਂ ਗਿਆਨ ਵਿਚਾਰ ਲੈ,
ਜਿਹੜੀ ਤੇਰੇ ਅੰਦਰ ਨੂੰ, ਤੇਰੇ ਅੰਦਰ, ਕਿਉਂਕਿ ਇਹ ਵੀ ਇੱਕ ਜੰਗ ਹੈ ਜਿੱਥੇ ਸਾਡਾ ਮਨ ਜੋ ਜਨ ਲੂਝੇ ਮਨੇ ਸਿਓ ਸੇ ਪੂਰੇ ਪ੍ਰਧਾਨਾ। ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ ਵਾ, ਜਿਹੜੀਆਂ ਵੀ ਵਾਰਾਂ ਵਾ ਹਰ ਵਾਰ ਵਿੱਚ ਪੌੜੀਆਂ ਨੇ, ਕਿਉਂਕਿ ਮੇਨ ਵਾਰਾਂ ਦਾ ਰੂਪ ਪੌੜੀਆਂ ਵਾ। 20 ਵਾਰਾਂ ਐਸੀਆਂ ਜਿਹੜੀਆਂ ਪੌੜੀਆਂ ਨਾਲ ਸਲੋਕ ਹੈ, 2 ਵਾਰਾਂ ਸਿਰਫ ਜਿਹੜੀਆਂ ਕੱਲੀਆਂ ਪੌੜੀਆਂ ਨੇ ਉਹਨਾਂ ਵਿੱਚ ਸਲੋਕ ਹੈ ਨਹੀਂ। ਹੁਣ ਤੁਸੀਂ ਵੇਖਿਆ ਹੋਏਗਾ ਕਿ ਆਸਾ ਕੀ ਵਾਰ ਢਾਡੀ ਸਿੰਘ ਨੇ ਗਾਈ ਸੀ, ਇੱਕ ਢਾਡੀ ਸਿੰਘ ਨੇ ਆਸਾ ਕੀ ਵਾਰ ਉਹਨੇ ਪੂਰੀ ਸਰੰਗੀ ਦੇ ਨਾਲ ਉੱਦਾਂ ਹੀ ਜਿਵੇਂ ਢਾਡੀ ਵਾਰਾਂ ਗਾਈ ਦੀਆਂ ਪੂਰੀ ਤਰੀਕੇ ਨਾਲ, ਕਿਉਂਕਿ ਵਾਰਾਂ ਲਿਖੀਆਂ ਹੀ ਇੱਦਾਂ। ਗੁਰੂ ਸਾਹਿਬ ਜੀ ਨੇ ਢਾਡੀ ਵਾਰ ਗਾਉਂਦੇ ਸੀ, ਕਾਇਰ ਤੋਂ ਕਾਇਰ ਬੰਦਾ ਵੀ। ਜਦੋਂ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਲਹਿਰ ਆਰੰਭ ਕੀਤੀ ਵੀ ਕਾਇਰ ਤੋਂ ਕਾਇਰ ਬੰਦਾ ਵੀ, ਉਹਦਾ ਵੀ ਹੱਥ ਹਥਿਆਰਾਂ ਦੇ ਉੱਤੇ ਚਲਾ ਜਾਂਦਾ ਸੀ, ਉਹ ਵੀ ਲੜਨ ਲਈ ਤਿਆਰ ਹੋ ਜਾਂਦਾ ਸੀ। ਜਦੋਂ ਬਾਣੀ ਦੀਆਂ ਵਾਰਾਂ, ਬਾਣੀ ਦਾ ਉਪਦੇਸ਼ ਸਾਡੇ ਅੰਦਰ ਨੂੰ ਤਿਆਰ ਕਰਦਾ ਤੇ ਅਸੀਂ ਵੀ ਆਪਣੇ ਲਾਲਚ ਨਾਲ ਲੜਨ ਲਈ ਤਿਆਰ ਤਿਆਰ ਹੋ ਜਾਂਦੇ ਹਾਂ। ਸਾਨੂੰ ਵੀ ਆਪਣੀ ਬੁਰਾਈ ਨਾਲ ਲੜਨਾ ਆਉਂਦਾ ਹੈ। ਮਨ ਜੀਤੈ ਜਗ ਜੀਤ, ਜੋ ਜਨ ਲੂਝੇ ਮਨੇ ਸਿਉ ਸੇ ਪੂਰੇ ਪ੍ਰਧਾਨਾ। ਜਾਂ ਹਰ ਕੋ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ में ਸੋ ਕਹੀਅਤ ਹੈ ਸੂਰਾ। ਬਾਣੀ ਉਸ ਨੂੰ ਸੂਰਮਾ ਕਹਿੰਦੀ ਹੈ ਜਿਹੜਾ ਆਪਣੇ ਆਪ ਨਾਲ ਜੰਗ ਕਰਦਾ। ਤੋ ਖੈਰ ਸਾਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਮਹਿਮਾ ਸਾਧੂ ਸੰਗ ਕੀ। ਹੈ ਭਾਈ ਆਓ ਸਾਧੂ ਦੇ ਸੰਗ ਦੀ ਮਹਿਮਾ ਧਿਆਨ ਨਾਲ ਸੁਣੋ। ਸਾਧੂ ਕੌਣ ਹੈ? ਮੇਰਾ ਗੁਰੂ। ਆਪਣੇ ਘਰਾਂ 'ਚ ਆਪਾਂ ਰੋਜ਼ ਆਪਣੇ ਘਰ ਦੀ ਦਿਨ ਦੀ ਸ਼ੁਰੂਆਤ ਬਾਣੀ ਤੋਂ ਕਰੋ। ਵੇਖੋ ਸਾਡੇ ਕਿੰਨਾ ਪਾਤਸ਼ਾਹ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਬਾਣੀ ਤੋਂ ਹੁੰਦੀ ਹੈ ਤੇ ਰਾਤ ਆਰੰਭ ਫੇਰ ਬਾਣੀ ਤੋਂ ਹੁੰਦੀ ਹੈ। ਦਿਨ ਦੀ ਸ਼ੁਰੂਆਤ ਵੀ ਬਾਣੀ ਤੋਂ, ਦਿਨ ਦੀ ਸਮਾਪਤੀ ਵੀ ਬਾਣੀ ਤੋਂ। ਜਦੋਂ ਤੁਸੀਂ ਸਵੇਰੇ ਬਾਣੀ ਪੜ੍ਹ ਕੇ ਸ਼ੁਰੂਆਤ ਕੀਤੀ, ਸ਼ਾਮ ਨੂੰ ਸੌਣ ਲੱਗੇ ਫਿਰ ਤੁਸੀਂ ਆਪਣੇ ਘਰ ਸਤਿਗੁਰ ਦੀ ਬਾਣੀ ਨੂੰ ਪੜ੍ਹਿਆ। ਅੱਜ ਸਾਡੇ ਘਰਾਂ 'ਚ ਮਾਹੌਲ ਅਲੋਪ ਹੋ ਗਿਆ। ਤੁਹਾਨੂੰ ਸੁਪਨਾ ਕਿਹੜੀ ਚੀਜ਼ ਦਾ ਆਏਗਾ? ਜੋ ਤੁਸੀਂ ਦਿਨ ਵੇਲੇ ਸੋਚਦੇ ਹੋ, ਜੋ ਤੁਸੀਂ ਜਿੱਦਾਂ ਦੇ ਤੁਹਾਡੇ ਵਿਚਾਰ ਚੱਲਦੇ ਆ, ਉਹ ਤੁਹਾਨੂੰ ਸੁਪਨਿਆਂ ਦੀ ਜ਼ਿੰਦਗੀ ਵਿੱਚ ਲੈ ਜਾਂਦਾ। ਸੋਹਲਾ ਸਾਹਿਬ ਦਾ 5ਵਾਂ ਸ਼ਬਦ ਪੜ੍ਹੋ। ਕਰੋ ਬੇਨੰਤੀ, ਸਾਰੇ ਬੋਲੋ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੁਣ ਪਹਿਲਾ ਸ਼ਬਦ ਇਹ ਵੀ ਸਾਨੂੰ ਗੁਰੂ ਸਾਹਿਬ ਮਿੱਤਰ ਕਹਿ ਕੇ ਸੰਬੋਧਨ ਕਰ ਰਹੇ। ਸੰਸਾਰ ਵਿੱਚ ਬੰਦਾ ਮਿੱਤਰ ਬਣਾਉਣ ਲੱਗਿਆ ਕਮ ਸੇ ਕਮ ਇਹ ਤਾਂ ਵੇਖਦਾ ਵੀ ਇਹ ਮੇਰੇ ਬਰਾਬਰ ਹੈ, ਕਮ ਸੇ ਕਮ ਮੇਰੇ ਬਰਾਬਰ ਹੋਵੇ। ਕੀ ਮੇਰੀ ਬਰਾਬਰਤਾ ਹੈ ਗੁਰੂ ਦੇ ਨਾਲ ਵੀ ਗੁਰੂ ਮੈਨੂੰ ਮਿੱਤਰ ਕਹਿ ਸਕੇ? ਕਿੰਨਾ ਪਿਆਰ ਹੈ ਵੀ, ਕਿੰਨੀ ਆਪਣਾਤ ਵਾਲਾ ਸ਼ਬਦ ਹੈ ਵੀ ਕਰੋ ਬੇਨੰਤੀ ਸੁਣ ਮੇਰੇ ਮੀਤਾ। ਸੰਤ ਟਹਿਲ ਕੀ ਬੇੜਾ, ਇਹਨੂੰ ਪੜ੍ਹਨਾ ਸੰਤ ਟਹਿਲ ਕੀ ਬੇੜਾ। ਇਹ ਸੰਤ ਟਹਿਲ ਦੀ ਬੇੜਾ ਵਾ। ਸੰਤ ਕੌਣ ਹੈ? ਗੁਰੂ। ਇਹ ਗੁਰੂ ਦੇ ਸ਼ਬਦ ਸੰਤ ਦੀ ਟਹਿਲ ਕਰਨ ਦੀ ਵੇਲਾ ਵਕਤ ਹੈ, ਸਮਾਂ। ਸੰਤ ਟਹਿਲ ਕੀ ਬੇੜਾ ਇਹਾਂ ਖਾਟ, ਸਾਰੇ ਬੋਲੋ ਇਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ। ਜਿਵੇਂ ਧੀ ਨੂੰ ਨਹੀਂ ਆਪਾਂ ਕਹਿੰਦੇ ਵੀ ਧੀਏ ਪੇਕੇ ਘਰ ਗੁਣ ਸਿੱਖ ਲਾ, ਸਹੁਰੇ ਘਰ ਵਸਣਾ ਸੌਖਾ ਹੋ ਜੂ। ਆਪਾਂ ਧੀਆਂ ਨੂੰ ਇਹੋ ਕਹਿੰਦੇ ਹਾਂ ਵੀ ਪੁੱਤ ਪੇਕੇ ਘਰ 4 ਗੁਣ ਸਿੱਖ ਲਾ, ਰੋਟੀ ਪਕਾਉਣੀ ਸਿੱਖ ਲਾ, ਸਬਜ਼ੀ ਬਣਾਉਣੀ ਸਿੱਖ ਲਾ, ਕੱਪੜੇ ਪ੍ਰੈਸ ਕਰਨੇ ਸਿੱਖ ਲਾ, ਬੋਲਣਾ ਸਿੱਖ ਲਾ। ਜੇ ਮਾਂ ਦੇ ਗਾੜੀ ਉੱਚਾ ਬੋਲੇ ਤੇ ਲਾਗਿਓ ਦਾਦੀ ਕੀ ਬੋਲਦੀ ਭਲਾ? ਦਾਦੀ ਆਂਦੀ ਆ ਜਿੱਦਾਂ ਅੱਜ ਤੁਹਾਡੇ ਅੱਗੇ ਬੋਲੀ ਆ, ਜੇ ਸੱਸ ਅੱਗੇ ਬੋਲੀ ਤੇ ਵਸੂ ਕਿੱਦਾਂ? ਵੀ ਅੱਜ ਜਿੱਦਾਂ ਜਵਾਬ ਤੈਨੂੰ ਦੇਤਾ ਇਹਨੇ, ਜਿੱਦਾਂ ਅੱਜ ਪੁੱਤਰ ਤੁਹਾਡੇ ਅੱਗੇ ਬੋਲਿਆ, ਕਦੀ ਸੋਚ ਕੇ ਵੇਖੋ ਆਉਣ ਵਾਲੇ ਸਮੇਂ 'ਚ ਇਹ ਖਤਰਾ ਹੈ। ਸਮਾਨ ਭਾਵੇਂ 4 ਟਰੱਕ ਭਰ ਕੇ ਦੇ ਦਿਓ, ਟਰੱਕ ਨਾਲ ਧੀਆਂ ਨੇ ਨਹੀਂ ਵਸਣਾ। ਵਸਣਾ ਹੈ ਭੈਕੀਆਂ ਦੇ ਸਲਾਈਆਂ ਨੈਣੀ। ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ਹਿ ਧਰੇ ਪਿਆਰੋ। ਇਹ ਸ਼ਿੰਗਾਰ ਨਾਲ ਭੈਕੀਆਂ ਦੇ ਭੈ ਦੀਆਂ ਸਲਾਈਆਂ, ਅੱਖਾਂ 'ਚ ਸੁਰਮਾ, ਦੁਨਿਆਵੀ ਸੁਰਮਾ ਜਿੰਨਾ ਮਰਜ਼ੀ ਪਾਈ ਜਾਓ, ਪਰ ਭੈ ਦੀਆਂ ਸਲਾਈਆਂ ਪਾਉਣੀਆਂ ਪੈਣੀਆਂ। ਨਿਰਮਲ ਭਾਉ ਆਪਣੇ ਅੰਦਰ, ਜਿਹੜੀ ਲਾਂ ਆਪਾਂ ਪੜ੍ਹਦੇ ਹਾਂ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ। ਨਿਰਮਲ ਭਾਉ ਇਹ ਭੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ਹਿ ਧਰੇ ਪਿਆਰੋ। ਤੋ ਇਹਦੇ ਨਾਲ ਗੱਲ ਬਣਨੀ ਵੀ ਜਿਵੇਂ ਇਹਾਂ ਖਾਟ ਚਲੋ ਹਰ ਲਾਹਾ, ਪੁੱਤ ਅੱਜ ਸਵਾਰ ਲਾ, ਕੱਲ੍ਹ ਤੇਰਾ ਆਪਣੇ ਸਵਾਰੇ ਜਾਣਾ। ਜਿਹੜੇ ਬੱਚੇ 8-10 ਮਹੀਨੇ ਲਗਾਤਾਰ ਸਟੱਡੀ ਕਰਦੇ ਆ, ਉਹਨਾਂ ਨੂੰ ਐਗਜ਼ਾਮ ਵੇਲੇ ਤਰੇੜੀਆਂ ਆਉਂਦੀਆਂ, ਉਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਆ? ਉਹ ਐ ਚਾਅ ਨਾਲ ਜਾਂਦੇ ਆ। ਤੁਸੀਂ ਕਦੀ ਵੇਖੋ ਆ ਕਈ ਬੱਚੇ ਨਾ ਬਿਨਾਂ ਵਜ੍ਹਾ ਰਾਤ ਬਿਮਾਰ ਹੋਣਗੇ ਸਵੇਰੇ ਸਕੂਲ ਦਾ ਨਾਂ ਸੁਣ ਕੇ। ਉਹਨਾਂ ਪਤਾ ਹੁੰਦਾ ਵੀ, ਪਤਾ ਲੱਗ ਜਾਂਦਾ ਵੀ ਇਹਦਾ ਕੋਈ ਟੈਸਟ ਆ ਅੱਜ,
इन्हें तैयारी की कोई नहीं है, तो इन्हें बुखार का बहाना बना लेना भी मेरे पेट दर्द हो रही है, मैं लूज मोशन लगे आ। वो फिर लक्षण पता होंगे घरदियां भी आदा चैक करो दी डायरी, कितने कोई टैसट तो नहीं है। वो माँ वेंदी आ जां कोई भरा वेंदा भैन वेंदी भी इहदा टैसट सी तां करके बीमार होया जां बीमार होई आ। ते कई बच्चे परवाह ही कोई नहीं, वो टैसट सी, सगों उन्होंने बुखार भी सी, माँ ने कहा ना जा, आंदा ना जाना जाना मैं। गल फिर उत्थे आउंदी, सारी खेड साडे मन दी है। सानू अपने आप दे उत्ते यकीन होना चाहिए, भरोसा। हुण शब्द वरतिया इहां खाट चलो हर लाहा, इहां दा अर्थ है जो आप लोक परलोक शब्द पढ़ते हैं, लोक का अर्थ की अज, परलोक कल। साडे लोक परलोक का अर्थ समझदे आ भी लोक आ संसार वा ते परलोक अगला संसार आ। वो भले जे असीं इत्थे अज ही विगाड़ लिया, साडा अगला किदां सवरूगा। ਜਿਹੜੀ ਧੀ पेके घर, हुण लोक ते परलोक, लोक ही आ मन, परलोक ही आ मेरा तन, लोक ही आ अज, परलोक ही आ कल, लोक ही आ वर्तमान, परलोक ही आ मेरा भविख। इनू इदां समझोगे शब्दां नू ते साडा बच्चा इस दुनिया ते स्टडी भी करेगा, पढ़ेगा भी। माँ बाप दी तुसीं सौखा समझो, बसां विच नहीं लिखिया हुंदा जी कहो, अगे बोलो प्यारिओ। वो ये कहंदे भी जी इत्थे कहो ते जी अगले संसार च कहाओ। वो कहते इत्थे जी कहोगे तो नाल ही जी कहाओगे। तुसी किसी पेट्रोल पंप ते तेल पाउण जांदे हो, वो कहे जी तेल है पैसे है जन्म च ला, तेल अगले जन्म च ले ली, इदां हुंदा कदी? तुसी किसी स्टोर ते जांदे हो, एक हत्थ पैसे आ, एक हत्थ पैसे दिंदे हो, दूजे हत्थ समान लेके आउंदे हो। पर जो धर्म की दुनिया च आउंदे आ की आंदे आ, पाठ कर ला, रब दा नाम लै ला, बाणी पढ़िया कर। कहंदा की ये तेरा अग्गा सवारिया जू। ये नहीं आते तू इत्थे सवार अपना आप, इत्थे सुभाव बदल। दसो जे कोई बच्चा इस दुनिया ते इस जन्म च पढ़दा, वो डॉक्टर अगले जन्म च बनता कि इसे जन्म च? बोलो जी। जे कोई बच्चा वकील की ला की स्टडी करता, वो वकील अगले जन्म च बनता कि इसे जन्म च बनता? इसे जन्म च बनता। तो ये तो समझ आउंदी आ कि इस तरह मनुख ने अपनी जिंदगी नूं किद्दां सवारना। ये लोक सुखीए परलोक सुहेले, ये लोक सुखीए। जिन्हें अपना लोक सुखी कर लिया, उहदा परलोक अपने आप ही सुहेला होवेगा। जिन्हें अपना अज सवार लिया, सतगुरु पातशाह जी ने साडा कल सवारन लई ना साडे तो अपना अज वारिया है। ध्यान ना सुनियो इस गल नूं। उन्हां दा अज सी साहिबजादे, गुरु गोबिंद सिंह महाराज दा अज की सी भला? साहिबजादे। उन्हां दे चारे साहिबजादे, उन्हां दे सत्कारयोग जी पिता जी माता जी, उन्होंने अपना अज साडे तो कुर्बान कर दिता साडा कल सवारन लई। उन्होंने अपना वर्तमान साडे तो कुर्बान कर दिता साडा भविख सवारन लई। साडे तो उन्होंने लोक कुर्बान कर दिता साडा परलोक सवारन लई। गुलामी दी जंजीरां कड्ढण लई, जिहड़ी असीं मानसिक तौर पर गुलामी अज भी हंडा रहे। अज किहड़ी मानसिक गुलामी नहीं है, अज भी वहम भरम पखंड। जिस दलदल चों गुरु गोबिंद सिंह सच्चे पातशाह महाराज तक, गुरु नानक साहब तो लैके गुरु गोबिंद सिंह महाराज जी तक जिहड़ा लंबा टाइम ला के महाराज जिहड़ा संघर्ष लड़िया है, जिहड़ी जंग है, जंग को एक दो दिन की नहीं, ये बड़ी लंबी जंग है। गुरु नानक साहब तो शुरुआत हुई जिस दिन बाबर नूं जाबर किया। आपां तो इहो शब्द बोलते हैं ना भी गुरु नानक साहब रब का नाम जपाउण आए, वो तो परमेश्वर की गल करन आए, फिर बाबर नूं जाबर क्यों किया? आसा दी वार पढ़ के वेखो, राजे शी मुकदम जो असीं पढ़ते हैं भी मानस खाने करे नमाज, छुरी वगायन तिन गल ताग, तिन घर ब्राह्मण पूरा नाद, उन्हां पियावे ओही साध, कूड़ी रास कूड़ा वपार, कूड़ बोल करें आहार, शर्म धर्म का डेरा दूर, नानक कूड़ रहा भरपूर। गऊ ब्राह्मण कौ कर ला वो गोबर तर न जाई, धोती टिक्का तै जप माली धान मलेशा खाई, अंतर पूजा पढ़े कितेबा, संजम तुरका पाई छोड़ी ले पखंडा। यानी कि तुसीं बाहरी धर्म, जेड़े धर्म कर्म बाहरी तौर पर, हुण जदों गुरु अर्जन साहब ये शब्द कहंदे भी कर्म धर्म पाखंड, जेड़े धर्म के नाम ते तू कर्म करदा, ये पखंड है। तिन जम जा गाती लूटै, निर्वाण कीर्तन गावो करते का निमुक सिमरत जित छूटे। कोई बंदा ठगी मारदा, ठगी मार लग्या, वो कोशिश करता भी मैनू लोकी वेखण, ठगी लोके मारदा, छुप के मारदा भी किसी नूं पता ना लगे मैं ठगी मारी आ। पर माड़ा जा चंगा काम करदा,
ਉਦੋਂ ਲੋਕਾਂ ਦਾ ਧਿਆਨ ਖਿੱਚਦਾ ਵਧੋ ਵਧੀ। ਤੁਸੀਂ ਵੇਖੋ ਆ ਮਾੜਾ ਹੀ ਆ, ਤੁਸੀਂ ਵੇਖੋ ਕਈਆਂ ਨੇ ਸਿਮਰਨੇ ਹੱਥਾਂ ਵਿੱਚ ਫੜੇ ਹੁੰਦੇ ਆ, ਉਹ ਇੱਦਾਂ ਸਿਮਰਨੇ ਇੱਦਾਂ ਐਂ ਫੇਰਦੇ ਆਉਣਗੇ ਸਾਰਿਆਂ ਦੇ ਸਾਹਮਣੇ, ਇੱਦਾਂ ਵਿਖਾਉਣਗੇ ਇੱਦਾਂ। ਹੁਣ ਤੁਹਾਡੇ 'ਚੋਂ ਗੁਰਬਾਣੀ ਪੜ੍ਹਨ ਵਾਲੇ ਕਈ ਸਿੰਘ ਬੈਠੇ ਹੋਣੇ ਆ, ਮੈਨੂੰ ਗੱਡੀ 'ਚ ਬਹਿਣ ਤੋਂ ਪਹਿਲਾਂ ਇੱਦਾਂ ਮੈਨੂੰ ਬੜੀ ਖੁਸ਼ੀ ਹੋਏਗੀ, ਮੈਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਤੁਕ ਜ਼ਰੂਰ ਦੱਸਿਓ ਜਿਹੜੀ ਮਾਲਾ ਦੇ ਹੱਕ ਵਿੱਚ ਹੋਵੇ। ਹੋ ਸਕਦਾ ਮੈਂ ਨਾ ਪੜ੍ਹੀ ਹੋਵੇ, ਮੈਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਤੁਕ ਲੱਭੀ ਨਾ ਹੋਵੇ, ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ। ਮਾਲਾ ਫੇਰਨ ਵਾਲੇ ਨੂੰ ਸਤਿਗੁਰ ਦੀ ਬਾਣੀ ਨੇ ਸਿਰੇ ਦਾ ਪਖੰਡੀ ਆਖਿਆ, ਸਿਰੇ ਦਾ ਪਖੰਡੀ। ਮੈਂ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕਹਿਣਾ। ਹੁਣ ਮੈਂ ਤੁਕਾਂ ਪੜ੍ਹਨ ਲੱਗਾ, ਸੁਣ ਲਿਓ ਹੁਣ ਧਿਆਨ ਨਾਲ। ਕਬੀਰ ਜਪਣੀ ਕਾਠ ਕੀ, ਜਪਣੀ ਕਹਿੰਦੇ ਮਾਲਾ ਨੂੰ, ਕਿਆ ਦਿਖਲਾਵਾਂ। ਪੜ੍ਹੋ ਨਾਲ ਨਾਲ, ਤੁਸੀਂ ਪੜ੍ਹੋਗੇ ਮੈਨੂੰ ਥੋੜ੍ਹਾ ਜਿਹਾ ਸਹਾਇਤਾ ਮਿਲ ਜੂ ਵੀ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਜੇ ਤੁਸੀਂ ਨਾ ਪੜ੍ਹੀਆਂ ਤਾਂ ਉਹਨਾਂ ਕਹਿਣਾ ਕੋਲੋਂ ਸੁਣਾ ਗਿਆ। ਕਬੀਰ ਜਪਣੀ, ਜਪਣੀ ਕਹਿੰਦੇ ਮਾਲਾ ਨੂੰ, ਕਾਠ ਕਹਿੰਦੇ ਨੇ ਲੱਕੜ ਨੂੰ। ਕਬੀਰ ਜਪਣੀ ਕਾਠ ਕੀ, ਕਿਆ ਦਿਖਲਾਵਾਂ। ਹੁਣ ਲੋਏ ਮਤਲਬ ਲੋਕਾਂ ਨੂੰ ਵਿਖਾਉਂਦਾ ਨਾ, ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਬੜਾ ਨਾਮ ਜਪਦਾ। ਕਹਿੰਦੇ ਹਿਰਦੇ ਰਾਮ ਨਾ ਚੇਤਈ, ਇਹ ਜਪਣੀ ਕਿਆ ਹੋਏ। ਜੇ ਹਿਰਦੇ 'ਚ ਹੀ ਰੱਬ ਦਾ ਨਾਮ ਹੈ ਨਹੀਂ ਤੇ ਇਹ ਹੁਣ ਜਿਵੇਂ ਮੰਨ ਲਓ ਇੱਕ ਬੱਚੇ ਨੇ ਮਾਲਾ ਫੜੀ ਇੱਦਾਂ, ਦੂਜਾ ਦਾ ਇਹ ਕਰਦਾ, ਕਹਿੰਦਾ ਇਹ 'ਚ ਮੈਂ ਆਪਣੇ ਬਾਪੂ ਦਾ ਨਾਮ ਜਪਦਾ। ਬਾਪੂ ਕਹਿੰਦਾ ਇਹਨੂੰ ਪੁੱਛ ਕੇ ਵੇਖੋ ਵੀ ਘਰ ਮੇਰੇ ਨਾਲ ਬੋਲਦਾ ਕਿੱਦਾਂ ਹੈ। ਇਹਨੂੰ ਪੁੱਛੋ ਵੀ ਜਦੋਂ ਘਰ ਰਿਸ਼ਤੇਦਾਰ ਨਹੀਂ ਹੁੰਦਾ ਉਦੋਂ ਤੁਸੀਂ ਵੇਖਿਆ ਨਾ ਕਈ ਬੰਦੇ ਜਦੋਂ ਕੋਈ ਆਇਆ ਗਿਆ ਹੋਊਗਾ ਨਾ, ਕਈ ਬੀਬੀਆਂ ਵੀ ਸਰਦਾਰ ਜੀ ਇੱਦਾਂ, ਅਤੇ ਅੱਗੋਂ ਪੁੱਛੋ ਸਰਦਾਰ ਜੀ ਨੂੰ, ਪੁੱਛੋ ਵੀ ਸਰਦਾਰ ਜੀ ਦੀ ਹਾਲਤ ਕੀ ਹੁੰਦੀ ਘਰ 'ਚ। ਉਹ ਵੀ ਇੱਦਾਂ ਫਿਰ ਸਰਦਾਰਨੀ ਜੀ ਕਹਿ ਕੇ ਬੁਲਾਉਂਦਾ। ਨਿਆਣੇ ਹੱਸਦੇ ਆ ਵੀ ਆਹ ਜਿਹੜੇ ਰਿਸ਼ਤੇਦਾਰ ਸਾਡੇ ਘਰ ਆਏ, ਕਿਤੇ ਸਹੁੰ ਰੱਬ ਦੀ ਪੱਕੇ ਸਾਡੇ ਘਰ ਰਹਿ ਪੈਣਾ, ਸਾਡੇ ਘਰ ਦਾ ਮਾਹੌਲ ਬਦਲ ਜੀ। ਬਾਣੀ 'ਚ ਲਿਖਿਆ ਕਬ ਚੰਦਨ ਕਬ ਅੱਕ ਡਾਲ। ਹੁਣ ਜਿਹੜੇ ਰਿਸ਼ਤੇਦਾਰਾਂ ਦੇ ਸਾਹਮਣੇ ਉਹਨੇ ਮੂੰਹ ਭਰ ਕੇ ਸਰਦਾਰ ਜੀ ਕਿਹਾ ਨਾ, ਉਹਨੇ ਘਰ ਜਾ ਕੇ ਲੜਾਈ ਪਾਤੀ, ਤੂੰ ਤੇ ਮੈਨੂੰ ਸਰਦਾਰ ਜੀ ਕਦੀ ਕਿਹਾ ਹੀ ਨਹੀਂ। ਉਹ ਗੁੱਸਾ ਨਾ ਮਨਾਇਓ, ਹਕੀਕਤ ਸਮਾਜ ਦੀ ਅਸਲ। ਹੁਣ ਕਈ ਇੱਦਾਂ ਆਇਆ ਗਏ ਰਿਸ਼ਤੇਦਾਰ ਸਾਹਮਣੇ, ਬੀਬੀ ਜੀ ਰੋਟੀ ਖਾਓਗੇ, ਨੂੰਹ ਇੱਦਾਂ ਪਿਆਰ, ਬੀਬੀ ਜੀ ਫੁਲਕਾ ਖਾਓਗੇ, ਮੰਮੀ ਜੀ ਫੁਲਕਾ ਖਾਓਗੇ। ਤਾਂ ਮੰਮੀ ਵੀ ਸੋਚਦੀ ਆ ਵੀ ਅੱਜ ਆਏ ਗਏ ਰਿਸ਼ਤੇਦਾਰ ਸਾਹਮਣੇ ਪਹਿਲਾਂ ਪੁੱਛਿਆ ਗਿਆ ਮੈਨੂੰ, ਅੱਗੋਂ ਪੁੱਛੋ ਕਹਿੰਦੇ ਆਪੇ ਪਾ ਖਾ ਲਾ, ਕੋਈ ਗੱਲ ਨਹੀਂ, ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਤਾਂ ਆਪਣੇ ਬੱਚੇ ਸਾਂਭਣ ਨਹੀਂ ਆ। ਵੀ ਇੰਨਾ ਤਾਂ ਕੰਮ ਕਰ ਲਓ, ਆਪੇ ਪਾ ਕੇ ਨਹੀਂ ਖਾਧੀ ਜਾਂਦੀ। ਵਿਖਾਵਾ, ਜਿੱਥੇ ਅਸੀਂ ਉਜੜੇ ਹਾਂ, ਜਿੱਥੇ ਸਾਡਾ ਨੁਕਸਾਨ ਹੋਇਆ, ਨੁਕਸਾਨ ਸਾਡਾ ਇੱਥੇ ਹੋਇਆ, ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਨਹੀਂ ਆਈ। ਭੈਣੋ ਧਿਆਨ ਨਾਲ ਸੁਣਿਓ, ਭੈਣ ਦੀ ਉਹ ਵਿਆਹੀ ਗਈ ਹੈ, ਸਹੁਰੇ ਘਰ ਆ ਗਈ ਆ, ਪਿੱਛੋਂ ਸੁਨੇਹਾ ਮਿਲਿਆ ਕਿ ਮੇਰੀ ਭਰਜਾਈ ਮੇਰੀ ਮਾਂ ਨੂੰ ਪੁੱਛਦੀ ਨਹੀਂ, ਬੜੀ ਤਕਲੀਫ ਹੁੰਦੀ ਹੈ। ਭੈਣੇ ਇੱਥੇ ਵੀ ਤਾਂ ਤੂੰ ਕਿਸੇ ਦੀ ਨੂੰਹ ਬਣ ਕੇ ਆਈ ਹੈ, ਇੱਥੇ ਵੀ ਤਾਂ ਤੇਰਾ ਫਰਜ਼ ਬਣਦਾ ਹੈ ਨਾ। ਉੱਥੇ ਤੂੰ ਪੰਚਾਇਤ ਲੈ ਕੇ ਪਹੁੰਚ ਜਾਂਦੀ, ਭਰਜਾਈ ਨੂੰ ਪੁੱਛਦੀ ਹੈ, ਐਦਾਂ ਸਰਪੰਚ ਬਣ ਕੇ ਜਾ ਕੇ ਉੱਥੇ ਕਹਿੰਦੀ ਹੈ ਤੂੰ ਮੇਰੀ ਮਾਂ ਨੂੰ ਰੋਟੀ ਕਿਉਂ ਨਹੀਂ ਪੁੱਛੀ। ਹੁਣ ਤੇਰੇ ਤੇ ਸਰਪੰਚ ਕੌਣ ਬਣੇ, ਤੈਨੂੰ ਕੌਣ ਦੱਸੇ। ਜਿੱਦਣ ਅਸੀਂ ਆਪਣੇ ਘਰਾਂ ਦੇ ਮਸਲੇ ਹੱਲ ਕਰ ਦਿੱਤੇ, ਸਾਡੇ ਘਰਾਂ 'ਚ ਤਲਾਕ ਨਹੀਂ ਹੋਏਗਾ, ਚਾਰ ਚਾਰ ਛਿਲੜਾਂ ਦੇ ਪਿੱਛੇ ਸਾਡੇ ਮਸਲੇ ਉਲਝਣਗੇ ਨਹੀਂ। ਅਸੀਂ ਜਾ ਕੇ ਬਾਬਿਆਂ ਕੋਲੋਂ ਪੁੱਛਦੇ, ਬਾਬਾ ਜੀ ਪੁੱਤ ਨਹੀਂ ਆਖੇ ਲੱਗਦਾ, ਬਾਬਾ ਜੀ ਨੂੰਹ ਨਹੀਂ ਆਖੇ ਲੱਗਦੀ, ਤੇ ਲਾਗੇ ਚੇਲੇ ਹੱਸਦੇ ਕਹਿੰਦੇ ਇਹਦੇ ਨੂੰਹ ਪੁੱਤ ਹੈਗੇ ਜਿਹਨੂੰ ਪੁੱਛਣ ਡਿਆ ਜੇ। ਇਹ ਕਿਸੇ ਗ੍ਰਸਤੀ ਨੂੰ ਪੁੱਛੋ। ਉਹ ਭਾਈ ਜੇ ਹਾਰਮੋਨੀਆ ਨਹੀਂ ਸੁਰ 'ਚ ਹੈਗਾ ਤੇ ਕਿਹਨੂੰ ਪੁੱਛੋਗੇ ਭਲਾ। ਜਿਹਨੂੰ ਹਾਰਮੋਨੀਆ ਵਜਾਉਣਾ ਆਉਂਦਾ, ਜੇ ਹਾਰਮੋਨੀਆ ਜਿਹਨੇ ਹਾਰਮੋਨੀਆ ਨੂੰ ਐ ਸੁਰ 'ਚ ਕੀਤਾ, ਪਤਾ ਉਹਨੂੰ ਸਰਗਮਾਂ ਬਾਰੇ ਨੌਲੇਜ ਵਾ। ਹੁਣ ਜਿਸ ਬੰਦੇ ਨੂੰ ਕੋਈ ਹਾਰਮੋਨੀਆ ਬਾਰੇ ਨੌਲੇਜ ਹੈ ਨਹੀਂ, ਉਹਦੇ ਕੋਲ ਜਾ ਕੇ ਤੁਸੀਂ ਕਹੋ ਜੀ ਮੈਨੂੰ ਇਹ ਹਾਰਮੋਨੀਆ ਬਾਰੇ ਦੱਸੋ, ਕਹਿੰਦਾ ਭਰਾ ਮੈਨੂੰ ਕੀ ਪਤਾ, ਮੇਰੇ ਵਾਸਤੇ ਲੱਕੜ ਦੀ ਪੇਟੀ ਹੋਰ ਤੇ ਕੱਖ ਵੀ ਨਹੀਂ ਹੈਗੀ। ਗੁਰੂ ਕੋਲ ਆਓ, ਗੁਰੂ ਪਾਤਸ਼ਾਹ ਗ੍ਰਸਤੀ ਨੇ ਇੱਥੇ ਇੱਕੋ ਪਾਤਸ਼ਾਹ ਨੇ ਸਬਕ ਦੇਣਾ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਣ ਕੇ ਜਣੇ ਬਡੀਰੇ ਤੁਮ ਹੋ 300 ਝਗਰਤ ਪਾਪ। ਹੁਣ ਗ੍ਰਸਤੀ ਕਿੱਥੋਂ ਬਾਬਾ ਕਿੱਥੋਂ ਕਹਿ ਦੂਗਾ ਕਾਹੇ ਪੂਤ ਝਗਰਤ ਹੋ ਸੰਗ ਬਾਪ। ਕੋਈ ਪੁੱਤਰ ਹੋਏਗਾ ਤੇ ਸ਼ਬਦ ਬੋਲੇਗਾ ਨਾ, ਔਲਾਦ ਹੋਏਗੀ ਤੇ ਕਹੇਗਾ ਨਾ। ਗ੍ਰਸਤੀ ਗੁਰੂ ਨੇ ਸਾਨੂੰ ਵਿਚਾਰ, ਗੁਰੂ ਨਾਨਕ ਸਾਹਿਬ ਤੋਂ ਮੈਂ ਕਹਿੰਦਾ ਸਿਰ ਝੁਕਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਤੇ ਅੱਜ ਵੀ। ਕਦੀ ਆਪਣੇ ਚੁਗਰ ਦੇ ਧਿਆਨ ਮਾਰ ਕੇ ਵੇਖੋ, ਆਪਣੀ ਮਰਜ਼ੀ ਨਾਲ ਕੋਈ ਵਿਆਹ ਨਾ ਕਰਾਵੇ, 100 ਵਾਰ ਨਾ ਕਰਾਵੇ, ਪਰ ਕੋਈ ਵਿਆਹ ਨਾ ਕਰਾ ਕੇ ਇਹ ਕਵੇ ਜੀ ਸਾਡੇ ਬਾਬਾ ਜੀ ਨੇ ਕੌਮ 'ਤੇ ਬੜਾ ਵੱਡਾ ਅਹਿਸਾਨ ਕੀਤਾ, ਇਹ ਸਿਰੇ ਦਾ ਪਖੰਡ ਹੈ। ਗੁਰੂ ਨਾਨਕ ਸਾਹਿਬ ਤੋਂ ਵੱਧ ਕਿਸੇ ਨੇ ਦੁਨੀਆ ਦਾ ਸਵਾਰਨਾ ਗ੍ਰਸਤੀ ਨੇ।
गुरु अंगद साहब तो वध किसी ने सवारना है, वो भी गृहस्थी ने। गुरु रामदास महाराज तो वध किसी ने सवारना, वो भी गृहस्थी ने। गुरु गोबिंद सिंह महाराज की मिसाल लै लो, जोग ना भगवी कपड़ी जोग ना मैले वेस, नानक घर बैठे जोग पाइए सतगुर के उपदेश। ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਾਂਗੇ ਗੱਲ ਸਮਝ ਆਏਗੀ ਪਾਤਸ਼ਾਹ ਦੀ ਬਾਣੀ ਕਹਿੰਦੀ ਕੀ ਹੈ ਸਾਨੂੰ। ਸਤਿਗੁਰ ਨੇ ਸਾਨੂੰ ਉਪਦੇਸ਼ ਵਿਚਾਰ ਕੀ ਬਖਸ਼ਿਸ਼ ਕੀਤੀ ਹੈ, ਮਹਿਮਾ ਸਾਧੂ ਸੰਗ ਕੀ। ਆਓ ਆਪਣੇ ਘਰਾਂ ਵਿੱਚ ਬਾਣੀ ਦੀਆਂ ਪੋਥੀਆਂ ਰੱਖੋ, ਬਾਣੀ ਦੀ ਵਿਚਾਰ ਕਰੋ, ਆਪਣੇ ਗੁਰੂ ਗਿਆਨ ਦਾ ਸੰਗ ਕਰੋ। ਸੁਣੋ ਮੇਰੇ ਮੀਤਾ, ਮਹਾਰਾਜ ਇਹਦਾ ਫਾਇਦਾ ਕੀ ਹੋਏਗਾ? ਕਹਿੰਦੇ ਮੈਲ ਖੋਈ। ਜਿਉਂ ਜਿਉਂ ਇਹਨੂੰ ਪੜ੍ਹੋਗੇ ਤੁਹਾਡੇ ਅੰਦਰੋਂ ਜਿਹੜੀ ਸੱਸ ਪ੍ਰਤੀ ਮੈਲ ਹੈ, ਸਹੁਰੇ ਪ੍ਰਤੀ ਮੈਲ ਹੈ, ਦੇਰਾਂ ਜੇਠਾਂ ਪ੍ਰਤੀ ਮੈਲ ਹੈ, ਘਰ ਵਾਲੀ ਪ੍ਰਤੀ ਮੈਲ ਹੈ, ਘਰ ਵਾਲੇ ਪ੍ਰਤੀ ਮੈਲ ਹੈ, ਆਪਣੇ ਸਮਾਜ ਦੇ ਲੋਕਾਂ ਪ੍ਰਤੀ ਮੈਲ ਹੈ, ਇਹ ਮੈਲ ਗੁਰੂ ਦੇ ਸ਼ਬਦ ਗਿਆਨ ਨਾਲ ਧੁੱਪ ਜਾਏਗੀ। ਮੈਲ ਖੋਈ। ਕੋਟ ਦੇ ਟੈਂਕੇ ਨੂੰ ਸਿਹਾਰੀ ਆ, ਇਹਦਾ ਅਰਥ ਕਰੋੜਾਂ ਵਾ। ਜਦੋਂ ਕੋਟ ਦੇ ਟੈਂਕੇ ਨੂੰ ਔਂਕੜ ਲੱਗਾ ਉਹਦਾ ਅਰਥ ਕਿਲਾ ਵਾ। ਜਦੋਂ ਟੈਂਕਾ ਮੁਕਤ ਆਊਗਾ ਉਹਦਾ ਅਰਥ ਕਿਲੇ ਨੇ। ਪੜਾਂਗੇ ਤਿੰਨਾਂ ਨੂੰ ਕੋਟ ਹੀ, ਨਾ ਸਿਹਾਰੀ ਬੋਲਣ ਚਾਹੇਗੀ ਨਾ ਔਂਕੜ ਬੋਲਣ ਚਾਹੇਗਾ। ਇਹ ਵਿਆਕਰਨ ਬਾਣੀ ਦਾ ਨੁਕਤੇ ਨੇ। ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਾਲ ਮੈਂ ਮੈਲ ਭਰੀ ਜਾ, ਉੱਥੇ ਵੀ ਕੋਟ ਦੇ ਟੈਂਕੇ ਨੂੰ ਸਿਹਾਰੀ ਆ। ਜਿਹੜੇ ਆਮ ਸਾਡੇ ਡੇਰੇਦਾਰ ਸੰਪਰਦਾਇ ਕਹਿੰਦੇ ਬਾਣੀ 'ਚ ਕਿਹੜਾ ਵਿਆਕਰਨ ਹੈ ਜੀ? ਇੱਕ ਸਿਹਾਰੀ, ਇੱਕ ਬਿਹਾਰੀ, ਦਲਾਵਾਂ, ਔਂਕੜ, ਇਹਨਾਂ ਦੇ ਵੀ ਗੁਰੂ ਗ੍ਰੰਥ ਸਾਹਿਬ 'ਚ ਕੁਝ ਅਰਥ ਨੇ ਸਾਧ ਸੰਗਤ ਜੀ। ਬਿਨਾਂ ਅਰਥਾਂ ਤੋਂ ਐਵੇਂ ਨਹੀਂ ਮਹਾਰਾਜ ਨੇ ਲਿਖ ਦਿੱਤਾ। ਸਮਾਂ ਕੱਢੋ, ਆਪਣੇ ਪਰਿਵਾਰਾਂ 'ਚ ਵਕਤ ਕੱਢੋ, ਬਾਣੀ ਦੀਆਂ ਪੋਥੀਆਂ ਦਾ ਸਹਿਜ ਪਾਠ ਆਪ ਕਰਨਾ ਸ਼ੁਰੂ ਕਰੋ। ਹੁਣ ਤੇ ਸ਼ਬਦ ਵਰਤਿਆ ਮੈਲ ਖੋਈ। ਕੋਟ ਅੱਗ ਹਰੇ, ਕਰੋੜਾਂ ਅੱਗ, ਕਰੋੜਾਂ ਐਬ, ਕਰੋੜਾਂ ਮਾੜੇ ਖਿਆਲ। ਕੋਟ ਅੱਗ ਹਰੇ ਕੀ ਹੋਏਗਾ? ਨਿਰਮਲ ਭੈ ਚੀਤਾ। ਸਾਡਾ ਚਿੱਤ ਨਿਰਮਲ ਹੋ ਜਾਏਗਾ, ਜਿਹੜਾ ਹੈ ਨਹੀਂ ਗਾ ਅੱਜ। ਚਿੱਤ ਨਿਰਮਲ ਹੈਗਾ ਅੱਜ? ਕਿਉਂ ਸਾਧ ਸੰਗਤ ਜੀ? ਚਿੱਤ ਨਿਰਮਲ ਨਹੀਂ ਹੈਗਾ। ਕਿਉਂ? ਕਿਉਂਕਿ ਮੈਂ ਸਾਧੂ ਗੁਰੂ ਦਾ ਸੰਗ ਨਹੀਂ ਕੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਹਿਮਾ ਸੁਣੋ ਸਾਧੂ ਸੰਗ ਕਰਨ ਦੀ। ਮੈਲ ਖੋਈ, ਮੈਲ ਖੋਈ, ਮੈਲ ਨਿਕਲ ਗਈ। ਕੋਟ ਅੱਗ ਹਰੇ, ਕਰੋੜਾਂ ਅੱਗ ਹਰੇ, ਖਤਮ ਹੋ ਗਏ। ਨਿਰਮਲ ਭੈ ਚੀਤਾ, ਨਿਰਮਲ ਭੈ ਚਿੱਤ, ਚਿੱਤ ਨਿਰਮਲ ਹੋ ਗਿਆ। ਜਦੋਂ ਨਿਰਮਲ ਚਿੱਤ ਹੋ ਗਿਆ ਫਿਰ ਸਮਝ ਆ ਗਈ। ਪਿੰਗਲ ਪਰਬਤ ਪਾਰ ਪਰੇ, ਪਿੰਗਲਾ ਵੀ ਪਹਾੜ ਚੜ੍ਹ ਸਕਦਾ। ਇਹ ਕਿਹੜਾ ਪਿੰਗਲਾ ਜੀ? ਜਿਹਦੀਆਂ ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ? ਨਹੀਂ, ਬਾਣੀ ਉਹਨੂੰ ਪਿੰਗਲਾ ਮੰਨਦੀ ਹੈ ਜਿਹੜਾ ਸੱਚ ਦੇ ਰਸਤੇ 'ਤੇ ਨਹੀਂ ਤੁਰ ਸਕਦਾ। ਕਈ ਤੁਸੀਂ ਵੇਖਿਆ ਲੱਤ ਬਾਂਹ ਨਹੀਂ ਕੰਮ ਕਰਦੀ, ਉਹ ਗੁਰਦੁਆਰੇ ਆ ਜਾਂਦੇ ਆ। ਕਈਆਂ ਦੀਆਂ ਚੰਗੀਆਂ ਭਲੀਆਂ ਲੱਤਾਂ ਬਾਹਾਂ ਹੁੰਦੀਆਂ, ਕਹਿੰਦੇ ਚੱਲ, ਕਹਿੰਦਾ ਨਹੀਂ ਕਿੱਥੇ ਜਾਇਆ ਜਾਣਾ, ਲੱਤ ਜੀ ਦੁਖਦੀ ਮੇਰੀ। ਚੰਗੇ ਭਲੇ ਬੰਦੇ ਦੀ ਲੱਤ ਦੁਖਦੀ ਆ। ਕਈ ਮੋਟਰਸਾਈਕਲ 'ਤੇ ਆ ਜਾਂਦੇ ਆ, ਕਈਆਂ ਦੀਆਂ ਗੱਡੀਆਂ 'ਚ ਤੇਲ ਹੀ ਨਹੀਂ ਪੈਂਦਾ। ਕਈਆਂ ਘਰਾਂ 'ਚ ਦੋ ਦੋ ਗੱਡੀਆਂ ਖਲੋਤੀਆਂ ਹੁੰਦੀਆਂ ਨੇ। ਜਿਵੇਂ ਭਾਈ ਫਤਿਹਜੀਤ ਸਿੰਘ ਬੋਲ ਰਿਹਾ ਸਨ ਨਾ ਵੀ ਮਹਾਰਾਜ ਸਾਨੂੰ ਗੱਡੀਆਂ 'ਤੇ ਵੀ, ਇਹ ਮੈਟਰ ਗੱਡੀਆਂ ਤੋਂ ਵੀ ਅੱਗੇ ਦਾ ਹੈ। ਜਿਹਦੇ ਅੰਦਰ ਖਿੱਚ ਆ ਉਹਨੇ ਸਾਈਕਲ 'ਤੇ ਵੀ ਆ ਜਾਣਾ। ਜਿਹਨੂੰ ਖਿੱਚ ਨਾ ਆਈ ਉਹਦੇ ਘਰ ਚਾਰ ਗੱਡੀਆਂ ਖਲੋਤੀਆਂ, ਹੁਣ ਉਹਦੇ ਚੱਲੀਏ, ਰਹਿਣ ਦਿਓ ਕੋਈ ਨਹੀਂ, ਹਾਂ ਘਰੇ ਰਹਿਣ ਦਿਓ, ਇੱਦਾਂ ਹੀ ਠੀਕ ਆ, ਕੋਈ ਗੱਲ ਨਹੀਂ। ਮੈਂ ਕਿਸਾਨੀ ਅੰਦੋਲਨ 'ਚ ਵੇਖਿਆ ਕਈ ਐਸੇ ਵੀ ਗਏ ਜਿਹਦੀ 1.5 ਮਰਲਾ ਜ਼ਮੀਨ ਹੈ, 1 ਕਨਾਲ ਜ਼ਮੀਨ ਹੈ। ਕਈ ਐਸੇ ਵੀ ਨਹੀਂ ਗਏ ਜਿਨ੍ਹਾਂ ਦੇ ਘਰ 4-4 ਟਰੈਕਟਰ ਖਲੋਤੇ ਸੀ। ਦੱਸ ਦਿਓ ਜੇ ਗਲਤ ਹਾਂ ਤੇ ਗਲਤ ਹੋਇਆ ਤਾਂ ਟੋਕਿਓ ਜ਼ਰੂਰ ਮੈਨੂੰ। ਐਸੇ ਵੀ ਗਏ ਜਿਹਦੀ ਜ਼ਮੀਨ ਕੋਈ ਨਹੀਂ, ਤੇ ਐਸੇ ਵੀ ਨਹੀਂ ਗਏ ਜਿਨ੍ਹਾਂ ਘਰਾਂ 'ਚ ਕੰਪੈਨਾਂ ਖਲੋਤੀਆਂ ਸੀ। ਉਹ ਆਉਂਦੇ ਸੀ ਕੋਈ ਨਹੀਂ, ਅੱਗ ਲੱਗੂ ਤੇ ਸਾਰਿਆਂ ਨੂੰ ਲੱਗੂਗੀ, ਅਸੀਂ ਇਕੱਲੇ ਕੋ ਜਾਈਏ ਉੱਥੇ। ਪਰ ਇੱਕ ਜੰਗ ਸਾਂਝੀ ਸੀ ਸਾਡੀ। ਪਰ ਅਜੇ ਵੀ ਨਿਕਲੀਏ, ਅਜੇ ਵੀ ਇਕੱਠੇ ਹੋ ਜਾਈਏ। ਅਜੇ ਵੀ ਬਹੁਤ ਕੁਝ ਬਦਲਿਆ ਜਾ ਸਕਦਾ ਹੈ ਜੇ ਅਸੀਂ ਇਕੱਠੇ ਹੋਣਾ ਸ਼ੁਰੂ ਹੋ ਜਾਈਏ ਤਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਕੱਠ ਖੰਡੇ ਦੀ ਪੌਲ ਛਕਾਉਣ ਦਾ ਅਰਥ ਕੀ ਸੀ ਭਲਾ? ਘਰ ਦੇ ਵਿੱਚ ਕੋਈ ਬੰਦਾ, ਕਿਰਤੀ ਬੰਦਾ, ਕੋਈ ਬੰਦਾ ਆਪਣੇ ਕਾਮੇ ਦੇ ਨਾਲ ਰੋਟੀ ਖਾਣ ਨੂੰ ਤਿਆਰ ਹੋਏਗਾ? ਕਦੀ 100 ਵਾਰ ਸੋਚੇਗਾ ਬੰਦਾ, 100 ਵਾਰ। ਪਰ ਖੰਡੇ ਦੀ ਪੌਲ ਛਕਾਉਣ ਲੱਗਿਆ ਉਸੇ ਬਾਟੇ 'ਚੋਂ 100 ਕਿੱਲੇ ਦਾ ਮਾਲਕ ਵੀ ਪੀ ਰਿਹਾ। ਆਓ ਤੀਜੇ ਥਾਂ 'ਤੇ ਜਾ ਕੇ ਉਸੇ ਜਗ੍ਹਾ ਤੋਂ ਮੂੰਹ ਲਾ ਕੇ ਉਹਦੇ ਖੇਤਾਂ 'ਚ ਕੰਮ ਕਰਨ ਵਾਲਾ ਵੀ ਪੀ ਰਿਹਾ। ਸਾਨੂੰ ਇਕੱਠਿਆਂ ਕੀਤਾ। ਮੈਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਧਿਆਨ ਨਾਲ ਸੁਣਿਓ। ਆਮ ਸਾਡੇ ਘਰਾਂ ਵਿੱਚ ਨਾ, ਕਈਆਂ ਘਰਾਂ ਦੀ ਮੈਂ ਗੱਲ ਕਰ ਲੱਗਾ, ਆਪਣੇ ਖੇਤਾਂ 'ਚ ਕੰਮ ਕਰ ਲਈ, ਆਪਾਂ ਹੁੰਦੇ ਆ ਮਜ਼ਦੂਰ, ਆਪਣੇ ਰੱਖੇ ਹੁੰਦੇ ਨੇ ਪੱਠੇ। ਕਈਆਂ ਘਰਾਂ 'ਚ 20-20, 30-30 ਸਾਲ ਤੋਂ ਕਾਮੇ ਨਾਲ ਆ ਕਿਸਾਨ ਦੇ, ਅਤੇ ਉਹਨਾਂ ਦੇ ਘਰਾਂ ਦਾ ਅਸੂਲ ਵਾ ਜੋ ਘਰ 'ਚ ਬਣੇਗਾ ਕਾਮੇ ਨੂੰ ਪਹਿਲਾਂ ਦਿੱਤਾ ਜਾਏਗਾ। ਜੇ ਖੀਰ ਬਣੀ ਹੈ ਤਾਂ ਪਹਿਲਾਂ ਦੇਣੀ ਹੈ, ਜੇ ਸ਼ਾਮ ਨੂੰ ਦੁੱਧ ਪੀਣਾ ਤਾਂ ਗਲਾਸ ਭਰ ਕੇ ਦੁੱਧ ਵੀ ਉਹਨੂੰ ਦੇਣਾ। ਜੇ ਫਰੂਟ ਲਿਆਂਦਾ ਬਾਜ਼ਾਰੋਂ ਤੇ ਫਰੂਟ ਵੀ
ਉੱਚੀ ਬੋਲੋ, ਉਹਨੂੰ ਪਹਿਲਾਂ ਦੇਣਾ। ਯਾਨੀ ਕਿ ਜੋ ਜੇ ਅਲਸੀ ਬਣੀ ਹੈ, ਜੇ ਖੋਆ ਬਣਿਆ, ਕਹਿਣਾ ਸਵੇਰੇ ਚਾਹ ਦੇ ਨਾਲ ਉਹਨੂੰ ਜੋ ਤੁਸੀਂ ਖਾਂਦੇ ਹੋ ਸਵੇਰੇ ਉਹਨੂੰ ਨਾਲ ਦਿਓ। ਸਵਾਦ ਆਉਂਦਾ ਕੰਮ ਕਰਨ ਦਾ ਉਹਨੂੰ ਵੀ ਉਹ ਇੱਦਾਂ ਫਿਰ ਜਦੋਂ 30 ਸਾਲਾਂ ਬਾਅਦ ਵੀ ਕਿਤੇ ਹਟਦਾ ਨਾ, ਉਹ ਇੱਦਾਂ ਤਾਰੀਫ ਕਰਦਾ। ਲੱਖ ਲੋਕਾਂ ਕੋਲ ਜ਼ਮੀਨਾਂ ਹੋਣਗੀਆਂ, ਪਰ ਇਹ ਸਰਦਾਰ ਦੇ ਪਰਿਵਾਰ ਵਰਗਾ ਕਿਸੇ ਕੋਲ ਪਰਿਵਾਰ ਨਹੀਂ। ਇਹਨਾਂ ਦੀਆਂ ਧੀਆਂ ਵਰਗੀਆਂ, ਇਹਨਾਂ ਦੀਆਂ ਭੈਣਾਂ ਵਰਗੀਆਂ ਇਹਨਾਂ ਮਾਵਾਂ ਨੇ ਕਦੀ ਵਿਤਕਰਾ ਨਹੀਂ ਕੀਤਾ। ਮੈਨੂੰ ਥੋੜ੍ਹੇ ਤੋਂ ਥੋੜ੍ਹਾ ਵੀ ਜੋ ਘਰ 'ਚ ਹੁੰਦਾ ਸੀ ਖਵਾਉਣਾ। ਇੱਕ ਕਿਰਦਾਰ ਇਹ ਹੈ। ਅਤੇ ਦੂਜਾ ਕਿਰਦਾਰ ਇਹ ਹੈ, ਜੇ ਫਰੂਟ ਲਿਆਂਦਾ ਅਤੇ ਅੰਦਰ ਵੜ ਕੇ ਖਾ ਲੈਣਾ। ਵੇਂਹਦਾ ਕਾਮਾ ਵੀ ਹੁੰਦਾ ਵੀ ਛਿੱਲਾਂ ਕੇਲਿਆਂ ਦੀਆਂ ਵੇਖ ਕੇ, ਸੰਤਰਿਆਂ ਦੇ ਛਿਲਕੇ ਵੇਖ ਕੇ, ਅੱਗੇ ਹੁਣ ਤੁਸੀਂ ਬੋਲੀ ਜਾਓ, ਵੇਖ ਵੇਖ ਕੇ ਹਿਸਾਬ ਉਹ ਲਾਉਂਦਾ। ਅੱਛਾ ਪਨੀਰ ਮਿਕਸ ਸਬਜ਼ੀ ਬਣੀ, ਉਹ ਵੀ ਵੇਂਹਦਾ ਤੜਕੇ ਲੱਗੇ। ਉਹਨੂੰ ਇੱਦਾਂ ਕਹਿਣਗੇ ਕਿ ਦਾਲ ਨਾ ਖਵਾ ਦਿਓ ਉਹਨੂੰ, ਲਿਆਂਦੀ ਲੰਗਰੋਂ ਉਹਦੇ ਨਾਲ ਦੇ ਦਿਓ, ਕਿਹੜਾ ਫਰਕ ਪੈਣਾ। ਖਾ ਤਾਂ ਲੈਂਦਾ ਉਹ ਦਾਲ ਉੱਦਾਂ ਹੀ, ਪਰ ਜਿੱਦਣ ਇੱਦਾਂ ਦਾ ਮੇਰੇ ਪੱਥਰੀ ਬਣੀ ਆਉਂਦਾ, ਤੇਰੇ ਜੇ ਪੱਥਰੀ ਨਹੀਂ, ਤੇਰੇ ਦੇ ਅੰਦਰੋਂ ਪੱਥਰ ਨਿਕਲਣਾ ਜਿਹੜੇ ਤੁਹਾਡੇ ਲੱਛਣ ਆ ਨਾ ਟੱਬਰ ਦੇ, ਵੀ ਜਿਹੜੇ ਤੁਹਾਡੇ ਲੱਛਣ ਆ ਅੰਦਰ। ਅੱਛਾ ਬਾਬਿਆਂ ਮਗਰ ਕਾਜੂ ਬਦਾਮ ਚੱਕੀ ਫਿਰਦੇ ਆ, ਉਹ ਬੋਲੋ ਭਾਈ ਕਰਦੇ ਕਿ ਨਹੀਂ ਕਰਦੇ। ਉਹ 100 ਕਿੱਲੇ ਦਾ ਮਾਲਕ ਘਰ 'ਚ ਬਾਬਾ ਆ ਜਾਏ ਨਾ, ਉਹ ਖੁਰਲੀ 'ਤੇ ਬੈਠਾ ਇੱਦਾਂ ਵੇਂਹਦਾ, ਕਹਿੰਦਾ ਵੇਖ ਕਿੱਡੇ ਖੇਖਣ ਕਰਨ ਡਿਆ ਸਾਰਾ ਟੱਬਰ। ਬਾਬਾ ਜੀ ਆ ਗਰਮ ਖਾਓ ਨਾ, ਬਾਬਾ ਜੀ ਗਜਰੇਲਾ ਖਾਓ ਨਾ, ਬਾਬਾ ਜੀ ਪਿਸਤਾ ਖਾਓ ਨਾ। ਉਧਰ ਮੌਤ ਪੈਂਦੀ ਆ। ਜਿਹਦੇ ਹੱਥ ਘਸ ਕੇ ਤੁਹਾਨੂੰ 5 ਕਿੱਲਿਆਂ ਤੋਂ 50 ਕਿੱਲਿਆਂ ਦਾ ਮਾਲਕ ਬਣਾਤਾ, ਉਹਨੂੰ ਰੋਟੀ ਖਵਾਉਣ ਲੱਗਾ ਮੌਤ ਪੈਂਦੀ ਹੈ। ਪਹਿਲਾਂ ਕਿਰਤੀ ਨੂੰ ਖਵਾਓ, ਜਿਹਦੀ ਬਦੌਲਤ ਤੁਹਾਡੀਆਂ ਮੱਝਾਂ ਨੇ ਦੁੱਧ ਦਿੱਤਾ ਅਤੇ ਤੁਹਾਡੇ ਜਵਾਕ ਅੱਜ 20-20, 25-25 ਸਾਲ ਦੇ ਹੋਏ ਨੇ। ਉਹਨੂੰ ਖਵਾਓ ਪਹਿਲਾਂ, ਉਹਦੇ ਅੰਦਰ ਨੂੰ ਠੰਡ ਪਵੇ। ਪਰ ਮੈਂ ਗੱਲ ਪਹਿਲਾਂ ਕਹਿਤੀ ਵੀ ਸਾਰੇ ਇੱਕੋ ਜਿਹੇ, ਕਈ ਐਸੇ ਆ ਪਹਿਲਾਂ। ਅੱਛਾ ਕਈਆਂ ਨੇ ਕਹਿਣਾ ਜੀ ਕਿਰਤੀ ਛੱਡੋ, ਕਈ ਬਜ਼ੁਰਗਾਂ ਨੂੰ ਨਹੀਂ ਖਵਾਉਂਦੇ, ਫਰੂਟ ਲਿਆਉਣਗੇ ਅੰਦਰ ਵੜ ਕੇ। ਦੂਜਾ ਕੋਈ ਕਹੂਗਾ ਨਾ ਪਾਪਾ ਜੀ ਨੂੰ ਅੰਗੂਰ ਖਵਾ ਦਿਓ, ਉਹਦਾ ਕਿਹੜਾ ਅੱਡ ਵਧਣਾ। ਬੋਲੋ ਭਾਈ, ਉਹਦਾ ਕਿਹੜਾ ਅੱਡ ਵਧਣਾ। ਖਾ ਲਓ ਚੁੱਪ ਕਰਕੇ, ਨਿਆਣਿਆਂ ਨੂੰ ਖਵਾਓ, ਇੱਦਾਂ ਨਿਆਣਿਆਂ ਨੂੰ ਖਵਾਓ, ਇਹਨਾਂ ਨੂੰ ਖਵਾਓ ਕੀਵੀ ਫਰੂਟ, ਇੱਦਾਂ ਬਦਾਮ ਭੇਂ ਕੇ ਖਵਾਓ। ਇੱਦਾਂ ਬਾਪੂ ਨੂੰ ਸਮਝ ਆ ਜਾਂਦੀ ਹੈ ਵੀ ਜਿਹੜੇ ਲੱਛਣ ਆ ਨਾ ਸਾਡੇ ਟੱਬਰ ਦੇ ਐਡੇ ਚੰਗੇ ਕੋਈ ਨਹੀਂ ਹੈਗੇ। ਗੁਰਦੁਆਰੇ ਅੜ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣਾ ਸਰਵਾ, ਇਹੋ ਜਿਹੇ ਬੰਦੇ ਨਾ ਫਿਰ ਜਦੋਂ ਗੁਰਦੁਆਰੇ ਆਉਂਦੇ ਨਾ ਕੱਲੀ ਕੱਲੀ ਪੌੜੀ 'ਤੇ ਹੱਥ ਰੱਖ ਕੇ ਨਾ ਪੱਥਰ ਘਸਾਏ ਇਹੋ ਜਿਹੇ ਲੋਕਾਂ ਨੇ। ਇਹੋ ਜਿਹੇ ਲੋਕਾਂ ਨੇ ਬੇਰੀਆਂ ਠੰਡੀਆਂ ਕਰ ਦਿੱਤੀਆਂ ਗੁਰਦੁਆਰੇ ਮੱਥੇ ਟੇਕ ਟੇਕ ਕੇ। ਇਹੋ ਜਿਹੇ ਲੋਕਾਂ ਨੇ ਪੱਥਰ ਮਾਰਬਲ ਇੱਦਾਂ ਹੱਥ ਲਾ ਕੇ ਇੱਦਾਂ ਫਿਰ ਕਰੋੜ ਕੇ ਪਹਿਲਾਂ ਸਾਹਮਣੇ ਆਣ ਕੇ ਜ਼ੋਰ ਨਾਲ ਕਹਿਣਾ ਦੀਵਾਨ ਸੱਜੇ ਸਤਨਾਮ, ਮੂੰਹ 'ਚ ਕਹਿ ਲਾ ਸਤਨਾਮ, ਉਹ ਸਾਰਿਆਂ ਨੂੰ ਕਹਿਣਾ ਹੁੰਦਾ। ਫਿਰ ਗ੍ਰੰਥੀ ਸਿੰਘ ਤਾਬਿਆ ਬੈਠਾ ਹੋਊਗਾ, ਉੱਥੇ ਵੀ ਜ਼ੋਰ ਨਾਲ ਆਣ ਕੇ ਸਤਨਾਮ ਕਹਿਣਾ। ਉਹਦੇ ਤਾਬਿਆ ਬੈਠੇ ਚੌਰ ਕਰਨਾ ਆਣ ਕੇ, ਉਹਦੇ ਅੱਖਾਂ 'ਚ ਭਾਵੇਂ ਚੌਰ ਵੱਜੇ। ਉਹ ਵੀ ਕਹਿੰਦਾ ਵੀ ਜੇ ਪਰਸੋਂ ਦਾ ਮੈਂ ਕਰ ਰਿਹਾ, ਹੁਣ ਨਹੀਂ ਮੈਨੂੰ ਚੌਰ ਹੁੰਦਾ, ਹੁਣ ਕੁੜਮ ਆ ਗਏ ਅਤੇ ਤੈਨੂੰ ਚੌਰ ਦੀ ਸੁੱਝ ਗਈ ਆ। ਸਾਡੇ ਲੱਛਣ ਸਹੀ ਨਹੀਂ। ਅਸੀਂ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ। ਜਦੋਂ ਅਸੀਂ ਸਰ ਰਹਿਤ ਅਵਰ ਕਸ਼ ਅਮਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਇੱਦਾਂ ਮੁੱਖੋਂ ਕਹੀ ਜਾਣਾ ਪਾਪਾ ਜੀ ਬੀਬੀ ਜੀ, ਇੱਦਾਂ ਅੰਦਰ ਪਿਆਰ ਨਹੀਂ। ਪਹਿਲਾਂ ਤਾਂ ਆ ਕਈ ਦੁਕਾਨਾਂ ਵਾਲੇ ਵੇਖੇ ਮੈਂ, ਉਹ ਕਹਿਣਗੇ ਸਰਦਾਰ ਸਾਹਿਬ ਸਾਡਾ ਜਿਹੜਾ ਮਾਲਕ ਆ ਨਾ ਸਟੋਰ ਦਾ, ਦੁਕਾਨ ਦਾ, ਸਾਡੇ ਨਾਲ ਬਹਿ ਕੇ ਰੋਟੀ ਖਾਂਦਾ, ਉਹਨੂੰ ਸਾਡੇ ਨਾਲ ਬਹਿ ਕੇ ਰੋਟੀ ਖਾਣੀ। ਉਹ ਫਿਰ ਇਹੋ ਜਿਹੇ ਥਾਵਾਂ 'ਤੇ ਨਾ ਕੋਈ ਚੋਰੀ ਵੀ ਨਹੀਂ ਕਰਦਾ। ਉਹ ਕਹਿੰਦਾ ਸਾਡੇ ਮਾਲਕ ਨੇ ਕਦੀ ਮਾਲਕ ਬਣ ਕੇ ਵਿਖਾਇਆ ਹੀ ਨਹੀਂ। ਅਤੇ ਜਿਹੜੇ ਬੰਦੇ ਇੱਦਾਂ ਵਿਤਕਰੇ ਕਰਦੇ ਆ ਨਾ, ਉਹ ਕੈਮਰੇ ਭਾਵੇਂ 10 ਤੋਂ 20 ਲਾ ਲੈਣ, ਚੋਰੀ ਨਹੀਂ ਰੁਕ ਸਕਦੀ, ਨਹੀਂ ਰੁਕਣੀ ਚੋਰੀ। ਜਿੱਥੇ ਮਰਜ਼ੀ ਲਾ ਲਾ, ਭਾਵੇਂ ਗੱਲੇ 'ਤੇ ਲਾ ਲਾ, ਜਿੱਥੇ ਮਰਜ਼ੀ ਲਾ ਲਾ। ਕਿਉਂਕਿ ਜਦੋਂ ਸਾਡਾ ਕਿਰਦਾਰ ਸਹੀ ਨਹੀਂ, ਕਰੈਕਟਰ ਸਹੀ ਨਹੀਂ, ਅਸੀਂ ਜਿੱਥੇ ਜਿਹਨੂੰ ਰੋਟੀ ਖਵਾਉਣੀ ਸੀ, ਜਿਹਨੂੰ ਪਾਣੀ ਪਿਆਉਣਾ ਸੀ, ਉੱਥੇ ਤਾਂ ਪੁੱਛਿਆ ਨਹੀਂ। ਤੁਹਾਡੀ ਗਲੀ ਸਬਜ਼ੀ ਵੇਚਣ ਵਾਲਾ ਆਉਂਦਾ, ਭਾਵੇਂ ਪੈਸੇ ਦੇ ਕੇ ਸਬਜ਼ੀ ਲੈਣੀ ਹੈ, ਕਦੀ ਪੁੱਛ ਲਓ ਵੀਰਾ ਤੇ ਲੱਗੀ ਹੈ, ਲਿਆ ਪਾਣੀ ਪੀ। ਉੱਥੇ ਰੱਸੇ ਬਣ ਕੇ ਜਿਹੜੇ ਪਹਿਲਾਂ ਰੋਟੀਆਂ ਨਾਲ ਰੱਜੇ ਉਹਨਾਂ ਨੂੰ ਫਿਰ ਜਾਈ ਜਾਂਦੇ। ਕਿਤੇ ਜਾਣ ਲੱਗਿਆ ਸੀਸ ਦੇ ਜੂ, ਕਿਤੇ ਸਬਜ਼ੀ ਮੇਰੀ ਸੋਚ ਉਲਟੀ। ਮੈਂ ਕਹਿੰਦਾ ਭਾਵੇਂ ਤੁਸੀਂ ਪੈਸੇ ਦੇ ਕੇ ਹੀ ਸਬਜ਼ੀ ਲੈਣੀ ਆ, ਪਰ ਕਦੀ ਪੁੱਛ ਲਓ ਵੀਰਾ ਸਵੇਰ ਦੀ ਸਬਜ਼ੀ ਵੇਚਣ ਡਿਆ, ਵੇ ਪੁੱਤ ਤੂੰ ਵੀ ਮੇਰੇ ਪੁੱਤਾਂ ਵਰਗਿਆ, ਪਾਣੀ ਪੀਣਾ, ਚਾਹ ਪੀਣੀ, ਲਿਆ ਤੈਨੂੰ ਮੈਂ ਚਾਹ ਪਿਆਵਾਂ। ਵੇਲਿਆਂ ਦੇ ਮਗਰ ਚੁੱਕੀ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਔਰੰਗਜ਼ੇਬ ਦੇ ਕੋਲ ਤੇ ਫੌਜਾਂ ਨੇ, ਭੀਮ ਚੰਦ ਫਤਿਹ ਸ਼ਾਹ ਹੋਣਾ ਕੋਲ ਤੇ ਫੌਜਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਤੇ ਕਿਰਤੀ ਬੰਦੇ ਨੇ, ਮਹੰਤ ਲੋਕ ਨੇ, ਖੁਰਪੇ ਫੇਰਨ ਵਾਲੇ ਨੇ, ਪਰ ਪਾਤਸ਼ਾਹ ਜੀ ਨੇ ਮੱਥੇ ਚੁੰਮੇ ਉਹਨਾਂ ਦੇ। ਕਹਿੰਦਾ ਬਾਪੂ
जे इन्ने प्यार नाल तुसीं कदी नोट करियो खेतां 'च काम करन वाले किसान नाल जदों दा टब्बर ऐन उहदे नाल वितकरा ना करदा, जदों किते किसान दे कोई गल पवे ना वो किसान नूं कहदा पिछे हो जाओ बापू, हिम्मत किदां पई तुसीं साडे सरदार दे गल पे। ते जिहनूं वो घर वितकरा करदे ना, जे किते पिंड 'च वट तो कोई गल लड़ पवे ना वो पिछां जा कहदा भन्नो मौरा पनीर भी अंदर वड़ इहने खाधा, छडाउंदा नहीं मुड़ के गांह हो के। फिर घर आण के बीबियां कहणगियां तूं गांह क्यों ना आया, कहंदा पनीर ते अंदर वड़ खांदे रहे तुसीं, उदों आंदे फुक्की दाल दे रहो, सुन लिया मैं भी तुहाडीआं गल्लां, इन्ने कि मेरे भी कंन हैगे आ। इस करके जे सच्ची प्रकाश दिवस मना रहे हो, घरां 'च काम करन वालियां भी आउण, अपने घर जिहड़ी चीज़ खांदे हो कोई भोजन प्रशादा बनदा, जिथे 15 दिन खोआ खाना 10 दिन खा लिओ। वो बोलो भाई सहमत जे भैणों? कई सोचियां पै गई भी हाँ अं वाकई गल तो है इदां ही आ। अपने घरां दे माहौल बदल दिओ, अपने आप सुख आराम, फिर तुहाडे बच्चे नूं पानी पिया भी घ्यो वर्गा लगू। जो वितकरे करन ने घ्यो भी पानी बन जाता, पक्की गल है। वितकर नीयत साफ, नीयत बड़ी वड्डी चीज़ है। बंदा नीयत साफ रखे, जिहड़ी चीज़ नूं हत्थ लाउंदा सोना बना दिंदा, अंदर खोट होवे तो सोने नूं भी बंदा लोहा बना दिंदा। जिस गुरु के पुत्र आपां, गुरु ने आख्या सच्ची गल है, जिहड़े बंदे किरत करदे, अपने कई मेहनत कश बंदे मैं विदेशों 'च अपने ऐसे भरा वेखे जिहड़े सह सवाए गए, वो अमीर बन नहीं सी गए। इदां गोरे ने किरदार वेख्या, गोरे ने आख्या ओए ट्रैक्टर चलाउंदा तूं, इधर आ, अज 400-400 एकड़ जमीन के मालक बने विदेशों 'च। ऐसे ऐसे मैनूं ट्रक ड्राइवर मिले, कहता वीर जी मैं पंजाब, कहता जदों गन्ना सुट्टदा हुंदा सी ते कहता मैं अपने दोस्त नाल स्कूल चला गया, पहला दिन सी, कहता उन्हें ट्राला बैक करके लाउणा सी, कहता मैं क्या मैं ला के वेखां, कहता ला। उत्थे हुण सैड क्लास विचों वेख के ट्राला उन्हें बैक करके लाउणा सी, उन्हें लाया तो गोरा उन्होंने उहदे नाल दे नूं कहंदा इस मिस्टर सिंह दे कहंदा ट्रक किन्ने ने, कहंदा जी ये पंजाबों अजे परसों ही आया। कहंदा हैं, कहंदा जे इस हिसाब नाल ट्राला लाया ये तू झूठ बोलदा है, ये ट्राले बहुत ज़्यादा ने। कहंदा नहीं जी ये परसों आया। कहंदा फिर किद्दां लाया? कहंदा पंजाब च ये जदों गन्ना लैके जांदे है ना मिल च, कहंदा उत्थे ट्राले लाउण दे इन्हां नूं तजर्बे हो गए आ। हुण गया नीयत साफ ना सी, अज अगला ट्रालियां दा मालक आ। गया नहीं सी ट्रांसपोर्टर बनना, पर ईमानदारी ने ट्रांसपोर्टर बनाता। कई इत्थे तरले लै लैके मर जांदे आ, एक तो दो नहीं हो पाउंदे, क्यों? क्योंकि नीयत साफ नहीं। गवांढियां दे कारोबार वेख वेख के सड़ी जाने, हाय वो अगे लंघ गया, हाय असीं पिछे रह गए, हाय साडा ट्रैक्टर वेच गया। जिंदगी च ईमानदारी रखो, गुरु तो सिख लो। गुरु ने आख्या इन्हां दे जिउंदे रहण, मेरे भावें चारे कुर्बान हो जाण। इत्थे दिन गुरु गोबिंद सिंह दे मना रहे हैं, मैं कहना मेरा जिंदा रहे, मेरे भरा दा भावें खत्म हो जाए, मेरी दराणी दा मर जाए, मेरी जठानी दा चला जाए, मेरा जिंदा रहे। ये जमीन वंडण वाला आ गया। गुरु ने 4 वारे, मैं कहना गुरु गोबिंद सिंह दे प्रकाश पुरब ते एक नुकता सिख के लै जाओ। उन्हें आखा साडे जिउंदे रह जाण, उन्हें साडे तो 4 कुर्बान कर दिते। असीं अपने नूं जिउंदे रखण वास्ते पता नहीं किन्नियां दे घर तबाह कर रहे हैं। अज तो नुकता सिख लो अपनी जिंदगी च, घर स्वर्ग बन जाणगे, घर बैकुंठ बन जाणगे। पिंगल पर्बत, पिंगले इत्थों आ सी, माड़िया कम्मां नूं पिंगले नहीं। माड़िया कामां नूं ते बंदे दियां लत्तां 'च इन्नी जान है, तुसीं वेखो किते डांस करदे बंदियां नूं। पिंगल पर्बत पार परे, पिंगला भी जिहड़ा मानसिक तौर पर पिंगला हो चुकिया सी, वो पहाड़ चढ़ सकता है, वड्डी तो वड्डी मुसीबत नूं टकरा सकता है। खल चतुरब कीता, खल कहंदे मूर्ख नूं, मूर्ख भी चंदा वक्ता बन सकता है। जिहदे कोल जिहनूं आंदे ना कोई अकल नहीं, ये ना कदी कहो। जिन्हों कुछ नहीं आता, पता नहीं कल उन्हें की कर देना, पता नहीं। खल चतुरब कीता, मूर्ख जिन्होंने लोग आते सी गुरु की सिक्ख्या नाल, वो भी चंगा वक्ता बन गया। अंधले तेरे भवन सूझिया, जेड़ा अन्ना सी, हम अंधले अंध बिखे बिखराते, क्यों चाले गुर चाली। सतगुर दया करे सुख दाता, हम लावे आपन पाली। अंधले तेरे भवन सूझिया, गुर भेट पुनीता। गुरु नूं मिलन करके अज वो पवित्र हो गया, साफ हृदय वाला हो गया, साफ जीवन वाला हो गया। ऐसी भगत गोबिंद की, गोबिंद की भगती का आ फल मिलया, आ रिजल्ट निकलिया। क्योंकि महिमा साधु संघ की सी ना। अच्छा उत्ते महिमा साधु संघ की आख्या, थले कहता ऐसी भगत गोबिंद की।
यानी कि एको चीज़ है ना। ऐसी भगत गोबिंद की कीट हस्ती जीता। कीड़ी ने हाथी जित लिया। कीड़ी की है निमरता, हाथी की अहंकार। निमरता ने हाथी हंकार नूं चुक के मारिया। किहदी बदौलत? गोबिंद की भगती की बदौलत। विण गुण कीते भगत ना होए। ऐसी भगत गोबिंद की कीट हस्ती जीता। जो जो कीनो अपनो। जिनू जिनू उन्हें अपना बना लिया, जिनू जिनू उन्हें अपना बना लिया। असीं तो सारे कहने भी गुरु मेरा वा, पर सवाल तो यह पैदा वा गुरु ने उन्होंने अपना बनाना जिहड़ा गुरु की गल मनु। क्यों साध संगत जी? इदां तो सारे कही जाने मेरा गुरु आ, मेरा गुरु आ, मेरा गुरु आ। गुरु आंदा झूठ बोलता है, यदा गुरु कोई होर है, उत्तों उत्तों कहता मेरा गुरु आ। समझ आई प्यारे? जिवें आपां नहीं कहते आ मेरा प्यो आ, मेरा प्यो आ। प्यो आंदा वो मैनू प्यो कहंदा ही हैगा, इहने मेरी अज तक उच्ची बोलो मनी तो एक भी नहीं। स्वाद उदण होना जिदन प्यो कवे ये मेरा पुत्र है, तो मैनू मान अपने पुत ते। गुरु मान करे। जो जो कीनो अपनो। सारे बोलो जो जो कीनो अपनो। इदां दे सारे जेड़े देहधारियां नूं मत्थे टेकदे आ, मठियां ते दीवे जगाउंदे, उन्होंने पुछ के वेखो गुरु किहड़ा? वो कहंदे गुरु ग्रंथ साहब। तो गुरु ग्रंथ साहब जी कहंदे ने तुहाडे कहण नाल की होना? ये तो जदों मैं कहूँगा ना ये मेरा वा। स्वाद उदण होना, तो मैं उदण कहना जदों तुसीं अंदरों बाहरों एक हो गए। अजे तुसीं अंदरों बाहरों एक नहीं होए। जो जो कीनो अपनो तिस अभय दान दीता। अभय दा अर्थ निरभैता। निरभैता का दान देता। जिन्होंने निरभैता का दान मिल गया वो फिर किसी को डरदा नहीं। वो फिर धागे बनू, तवीत बनू, वो गड्डियां के पिछे टुटे छित्र टंगू, वो बुरी नज़र वाले तेरा मूँह काला लिखू। वो तो निरभय हो गया, डर ही कोई नहीं। कोई इदा कहते ताड़ी गड्डी वाल वेख के बड़ी सोहनी है गड्डी भी, तुम कहो कहते ठीक है सोहनी है तो सोहनी सवारी है मैं, तो तुम इदा ही बड़ी कमाल की मझ लियांदी है, बड़ा 15 किलो दुध चोया। फिर हाँ जी चोया जी, गाचा पाया, पट्ठे पाए आ, स्टाला पाया, खड़ पाई आ। निरभय आ ना तुसी। तो जे निरभय ना होए तो जिन्हें गल कही हुई तुसी उहदे पैरों की मिट्टी चुकते फिरना। तुसीं देखना साडे घरां च अपने आम घरां च हुंदा, जेकर ताई आ गई, चाची आ गई, जां कई वारी कोई ना कोई हुंदा घर दा जी ऐसा कहना हाए उन्हें मझ चोंदी वेखिया बड़ा दुध मझ सुख नाल कर लियांदी आ, ते नाल ही हुज्जां मार ला पे ताई दे पैर की मिट्टी चुक के चुल्हे सुट दिओ। हुण वस नहीं चलदा ते ताई नूं चुल्हे सुट देण, केस हो जाना। दुखी ताई तो पूरे आ ते सामने नहीं चुकदे उहदे। हुण तो मिट्टियां भी नहीं रहियां, पत्थरां ते तुरदियां ताईयां बेचारियां सारियां पत्थर लगे आ। वो आंदे हुण मिट्टी लभी कोई नहीं, कहते उदां ही घसा घसू के चुल्हे च मार भी मतलब नज़र ना लग जाए साडी मझ नूं किते। दसो पाठ सवेरे उठ के 2 बजे वक्त पाया रब नूं सवेरे उठ के, की फायदा भी तुहाडा इहो जिहे काम दा भी। जो जो कीनो अपनो तिस अभय दान दीता, सिंह बिलाई होए गयो। सिंह शेर, बिलाई बिल्ली, हंकार शेर जड़ा बनया सी ना अज निमरता जा गया, बिल्ली बन गया, ऐन झुक गया। सिंह बिलाई होए गयो तृण मेर दखीता। तृण घा मेर सुमेर पर्वत जिहड़ा तीला जिहा ही ना, जिन्हों आ समय दियां सरकारां कहंदे ओए किसान आ ये तां तीला जिहा, जो सुमेर पर्वत हो के टकरिया वापस लेने पै कि नहीं तिन्ने कानून लेने पे। जिन्हों आंदा तो तीला है, ये किसान थोड़ा है। किसान तो खेतों च काम करता है। उन्हें कहा ठीक है फिर कोई गल नहीं, तुरया इदा ही। 21 खत्म होने वाला 22 चढ़ जाना, 22 खत्म हो जू 23 चढ़ जू 23 चढ़ू, तो उन्होंने फिक्र पै गया भी सरकार रहनी कोई नहीं। स्टैंड खेडिया नवा, हुण नवा स्टैंड खेडिया जिहड़ा पंजाब विच तुसीं वेखिया ही है। पता सी भी बारिश करके जां अपनी हुण सतह चो गल नहीं रही, आउणा नहीं, बहाना कोई होर बना दिओ। उद चंगा निकलिया पंजाब दा सीएम वो स्टैंड लै गया, भी ना गलत इल्जाम ना लाओ साडे ते। कदी उग्रवादी कहंदे हो, कदी कोई। चौथे दिन हर पिंड च किसी मां दा पुत्त तिरंगे च लपेट के आउंदा, जे तुसीं उग्रवादी कहंदे हो। चौथे दिन इत्थे किसानां ने अपनी ट्रालियां ते लिखाया जय जवान जय किसान। किसान भावें किसी स्टेट का भी होवे,
ਤੁਸੀਂ ਦੱਸੋਗੇ ਸਾਨੂੰ? ਤਿਰੰਗਾ ਨੀਵਾਂ ਕਰਕੇ ਤੁਸੀਂ ਆਪਣਾ ਫੁੱਲ ਉੱਤੇ ਲਾ ਦਿਓ, ਤੁਸੀਂ ਤਿਰੰਗੇ ਦਾ ਸਤਿਕਾਰ ਕਰਦੇ ਹੋ। ਇੱਧਰ ਵੇਖੋ ਤਿਰੰਗੇ ਦੀ ਗੱਲ ਵੱਖਰੀ ਗੱਲ ਹੈ। ਤੁਸੀਂ ਸਾਨੂੰ ਇਸ ਦੇਸ਼ ਦਾ ਨਾਗਰਿਕ ਮੰਨਿਆ ਹੀ ਨਹੀਂ ਸ਼ੁਰੂ ਤੋਂ, ਪਰ ਚੌਥੇ ਦਿਨ ਕਿਸੇ ਕਿਸਾਨ ਦਾ ਪੁੱਤ ਤਿਰੰਗੇ 'ਚ ਲਪੇਟ ਕੇ ਆਉਂਦਾ। ਇਹ ਡਟ ਕੇ ਗੱਲ ਕੀਤੀ ਹੈ ਸੀਐਮ ਨੇ, ਤੇ ਜਿਹੜੀ ਗੱਲ ਕਹੀ ਹੈ ਉਹਦੀ ਸ਼ਲਾਘਾ ਕਰਨੀ ਵੀ ਸਾਡੀ, ਬੋਲੋ ਉੱਚੀ ਬੋਲੋ ਪਿਆਰਿਓ, ਬਣਦੀ ਹੈ। ਫੋਟੋ ਸ਼ੂਟ ਹੋਏ, ਸਾਰਾ ਕੁਝ ਹੋਇਆ, ਵਾਪਸ। ਖੈਰ ਇਹ ਕਹਾਣੀਆਂ ਨੇ ਤੇ ਪੋਲੀਟੀਕਲ ਸਟੈਂਡ ਸੀ, ਬੜਾ ਕੁਝ ਵਾਪਰਿਆ। ਤਾਂ ਖੈਰ ਜਿਹੜੀ ਗੱਲ ਸਮਝਣ ਦੀ ਜ਼ਰੂਰਤ ਹੈ ਵੀ ਕਿੱਥੋਂ ਕਿੱਥੋਂ ਮਾਰ ਪੈ ਰਹੀ ਹੈ। ਪਰ ਗੱਲ ਇਹ ਆ, ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ, ਅਗਲਾ ਦੁਸ਼ਮਣ ਜਿੰਨੀਆਂ ਮਰਜ਼ੀ ਚਾਲਾਂ ਚੱਲੇ, ਤੀਰ ਉਲਟਾ ਚੱਲਣਾ ਹੀ ਚੱਲਣਾ ਹੈ। ਜੇ ਤੁਹਾਡੀ ਨੀਅਤ ਸਾਫ਼ ਹੈ, ਤੁਸੀਂ ਇਮਾਨਦਾਰੀ ਦਾ ਪੱਲਾ ਫੜ ਕੇ ਤੁਰੇ ਜਾਓ, ਸੱਚ ਕਦੀ ਡੁੱਬੇਗਾ ਨਹੀਂ, ਕਿਉਂਕਿ ਇੱਕ ਦਿਨ ਸੱਚ ਦਾ ਦਿਨ ਜ਼ਰੂਰ ਆਏਗਾ। ਕੂੜ ਨੂੰ ਖੁੱਟੇ ਨਾਨਕਾ, ਓੜਕ ਸੱਚ ਰਹੀ। तो पातशाह जी इत्थे बख्शिश करते ने, कहन लगे जो जो कीनू आपनो तिस अभय दान दीता, सिंह बलाई होए गए हो, सिंह बलाई होए तृण मेर दखीता, जिन्हों घाह कहते सी, घाह पैर थले रख के लताड़िया जाता। तो समेर पर्वत किड्डा उच्चा होंदा, कहते अज मेर बन गया, टक्कर गया गाड़ी हो के। जिहड़े कदी लताड़े जा रहे सी इस देश विच, उन्हां ही दरा खैबर दे राह बंद कीते। उन्हां नूं ही रात नूं इह कहण लग पे भी 12 वज गए सिखां दे, रात नूं उन्हां दे कोलों धीआं पैणां छड्डा के घरों घरी पहुँचाउणियां, समेर पर्वत बन के विखाए ने। ये सेहरा साडे गुरु नूं जांदा है, जिन्हें सानूं अणख गैरत स्वैमान वाला जीवन जीवन दा बल बख्शिश कीता है। तो पातशाह जी कहंदे ने, सिंह बलाई होए गए ओ तृण मेर दखीता, इत्थे बस नहीं, जो जो कीनू आपनू तिस अभय दान दीता। तो किहड़े प्यारे बख्शिश भरे बचन, कमन वडाई कह सकूँ। मैं तुहाडी किहड़ी उपमा करां, किहड़ी वडियाई करां, किहड़ी महिमा करां, किहड़े शब्द बोलां तुहाडे बारे, कमन वडाई कह सकूँ। बेअंत गुनीता, तुसीं बेअंत गुणां दे मालक हो, कर किरपा मोहे नाम दिओ, मेरे ते किरपा करो, मेरे ते रहमत करो। नानक दर सरीता, नानक तुहाडे दर दा गुलाम है, तुहाडे दर नाल सीता होया है। मैं किहड़ी वडियाई करां, किहड़ी महिमा करां तुहाडी। अपनी जिंदगी विच संग करो अपने गुरु का, बस आ फर्क चेता रखियो। एक शब्द मैं अखीर ते कह के तुहाडे कोलों खिमा मंगणी है। बाबा भावें 90 साल का होवे, 80 साल का होवे, ध्यान ना सुनो, किसी रूम च होवे, जवान धी बहू बेटी उहदे रूम च उहदी सेवा करन गई होवे पूरी ईमानदारी नाल, कोई उहदे अंदर मैल ना होवे, पर जदों उहदे रूम चों बाहर निकलेगी, समाज उहदे ते उंगलां चकेगा, समाज उहदे ते शब्द बोलेगा, कित्थों आईयां, बाबे कोलों आईयां, फलाणे दा संग करके आईयां, भावें वह बेचारी बिल्कुल पाक ते पवित्र होवे। पर कोई धी गुरु ग्रंथ साहब की ताबिया बह के 2 घंटे 3 घंटे एक रूम च अपने गुरु शब्द का संग करके आई होवे, भरा भी मान करेगा, बाप भी मान करेगा, धी भी मान करेगी, मेरी धी गुरु का संग करके आई है। शब्द का जे शरीरां दे लड़ लाउणा हुंदा बापू ने, शानू गुरु अमरदास ये शब्द कदी ना बोलते, आवो सिख सतगुरु के प्यारे गावो सच्ची बाणी, बाणी ता गावो गुरु केरी बाणी आ सिर बाणी। पर फिर भी साडे समाज नूं समझ नहीं आ रही, फिर भी तड़ा तड़ कोई किसे मगर लगा, कोई किसे मगर लगा। आओ सत्कार करो अपने घरां दे बुजुर्गां दा, ते बुजुर्गां दा भी फर्ज बनदा है सत्कार दे योग बनो। नशे छड्डो, नशियां दा कोड़ अपने घरां चों वड्डो, ਨੂੰਹਾਂ ਨੂੰ ਧੀਆਂ ਬਣਾ ਲਓ। मेरी धी है, मैं 2 ਧੀਆਂ ਵਿਆਹ के लिया, एक धी घरों तोरी है, 2 ਧੀਆਂ घर ਵਿਆਹ के लिया। ਸੱਸਾਂ ਦਾ फर्ज बनता है, ਤੁਸੀਂ एक धी घरों तोरी है, ਦੋਵਾਂ ਨੂੰ ਧੀਆਂ ਬਣਾ ਲਓ, घर बैकुंठ बन जाएंगे, घर स्वर्ग बन जाएंगे। वितकरे जो जीवन चाहते हैं, फिर जिन्नियां मर्जी जड़ियां बूटियां लै आओ, जिन्हें मर्जी लौंग लाचियां करा करा के घोल घोल पी जाओ, नहीं गल बननी ਜਦੋਂ तक असी अपना वरतों विहार सही नहीं करते। ये सीखने की जरूरत है। महिमा साधु संग की सुनहो मेरे मीता मैल खोई, कोट अग हरे निर्मल भै चिता। आओ अपने गुरु का संग करिए, गुरु की बाणी पढ़िए। मेरे माधो जी सत संगत मिलै सो तरिया, गुर प्रसाद परम पद पाया सूके काष्ट हरिया। सुक्का दरख्त भी हरिया हो जाता जदों उन्होंने पानी मिलता है, उहदे कोई जड़ां नूं पानी पाउंदा। सारे जाने एक बारी तुकां पढ़िए, फिर समाप्ति है। महिमा साधु संग की
महिमा साधु संग की, महिमा साधु संग की, महिमा साधु संग की, महिमा साधु संग की, महिमा साधु संग की। सुनो मेरे मीता, सुनो मेरे मीता, मैल खोई कोट अग हरे, मैल खोई कोट अग हरे, निर्मल पैचीता, निर्मल पैचीता, निर्मल पैचीता, निर्मल पैचीता। निर्मल पैचीता, निर्मल पैचीता। सागर तरया साधु संगे, सागर तरया साधु संगे, निरपौ नाम जपो हर रंगे, निरपौ नाम जपो हर रंगे। कोटान कोट शुकराना है अकाल पुरख वाहगुरू जी का, जिन्हों ने बल उद्यम चाओ प्रेरणा बख्शिश की। इतों की समुची प्रबंधक कमेटी, इलाका निवासी समूह संगतां ने रल मिल के गुरु गोबिंद सिंह सच्चे पातशाह महाराज जी के प्रकाश पुरब नूं समर्पित अज का एक गुरमत समागम लिखिया, जिस विच आपां सारिਆਂ ने बहुत प्यार नाल हाज़री भरी है। इतों की समुची संगत, प्रबंधक वीर, सारियां मेरियां भैणां, वीर, बजुर्ग, बच्चे दूरां नेड़ियां तो तुसीं अज के दीवान च हाज़री भरी है। जिन्हों ने भी इस दीवान में सेवावां कीतियां ने, भावें जोड़ियां की सेवा है, बाहर मेरे वीर स्टाल की सेवा, किताबां की सेवा कर रहे हैं, मैगजीन बुक कर रहे हैं। सारिਆਂ ਨੂੰ चढ़दी कला तंदुरुस्ती बख्शिश करो। अखीर ते बेनती है, अपने घरां च सहज पाठ आरंभ करो, भावें एक अंक रोज़ पढ़ो, 2 पढ़ो, बाणी आप अपने घरां विच पढ़न की कोशिश करिया करो। गुरु की बाणी अपने घरां च पढ़ीए, समझिए, विचारीए, अपने घरां विच अपने बच्चे बच्चियां नूं चंगे संस्कार, चंगी सिक्ख्या देण दा यतन करिए। गुरु बख्शिश करे, नशियां तो रहत हो के सोहणे समाज की सिरजना करन दा यतन करिए। सारिਆਂ दा धन्नवाद, अदब सत्कार नाल फतेह बुलाओ, बहुत प्यार नाल आखो जी वाहिगुरू जी का खालसा, वाहिगुरू जी की फतेह।